ਚਾਹੇ ਉਹ ਉਮੀਦਵਾਰਾਂ ਦੇ ਪਰਿਵਾਰ ਦੀਆਂ ਔਰਤਾਂ ਨੇ, ਉਹਨਾਂ ਦੀਆਂ ਪਤਨੀਆਂ, ਬੇਟੀਆਂ ਜਾਂ ਭੈਣਾਂ ਜਾਂ ਮਾਵਾਂ ਨੇ, ਉਹਨਾਂ ਦੀ ਗਿਣਤੀ ਬਹੁਤ ਵਧੀ ਹੈ ਪਹਿਲਾਂ ਦੇ ਨਾਲ। ਪਾਰਟੀਆਂ ਦੇ ਵਿੱਚ ਹੁਣ ਭਰੋਸਾ ਹੀ ਨਹੀਂ, ਉਹ ਟੋਟਲ ਕਮਾਨ ਆਪਣੇ ਫੈਮਿਲੀ ਮੈਂਬਰ ਨੂੰ ਦੇ ਕੇ ਪਰਿਵਾਰ ਨੂੰ। ਇੱਕ ਵੀ ਆਮ ਆਦਮੀ ਪਾਰਟੀ ਦਾ ਵੱਡਾ ਲੀਡਰ ਉਹਦੇ ਹਲਕੇ 'ਚ ਕੰਪੇਨ ਕਰਨੀ। ਭਗਵੰਤ ਮਾਨ ਗਏ। ਭਗਵੰਤ ਮਾਨ ਇੱਕ ਦਿਨ 9 ਵਜੇ ਕਈ ਵਾਰ ਮਗਵਾਲ ਪਿੰਡ 'ਚ 10 ਮਿੰਟ ਲਈ ਰੁਕ ਗਿਆ, ਰਾਤ ਨੂੰ 9 ਵਜੇ। ਜੇ 32 ਲੀਡਰ ਗੱਲਬਾਤ ਕਰਨ 'ਚ ਜਾਂਦੇ ਸੀ, ਇਹ 4 ਬੀਬੀਆਂ ਵੀ ਲੈ ਜਾ ਕਰਦੇ ਨਾਲ, ਜਿਹੜੀਆਂ ਜਾਂਦੀਆਂ ਟ੍ਰੇਨਡ ਹੀ ਹੁੰਦੀਆਂ ਨਾ। ਜਦੋਂ ਦੀਆਂ ਜਥੇਬੰਦੀਆਂ ਬਣਿਆ ਨਹੀਂ ਉਹੀ ਪ੍ਰਧਾਨ ਨੇ। ਸਾਡੇ ਨਾਲ ਮਾਰਾਂ ਦਾ ਪੈਨਲ ਆ, ਗੱਲਬਾਤ ਸ਼ੁਰੂ ਕਰਦੇ ਆ। ਸਾਡੇ ਨਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ, ਸਾਡੇ ਨਾਲ ਅਜੇਪਾਲ ਬਰਾੜ ਨੇ, ਜਿਹੜੇ ਇਤਿਹਾਸ ਦੇ ਵੀ ਵਿਦਿਆਰਥੀ ਨੇ, ਮਿਲਟਰੀ ਹਿਸਟਰੀ ਦੇ ਵੀ ਨੇ। ਸਾਡੇ ਨਾਲ ਸਮੇਲ ਸਿੱਧੂ ਨੇ, ਜਿਹੜੇ ਹਿਸਟਰੀ ਦੇ ਵੀ ਵਿਦਿਆਰਥੀ ਨੇ ਤੇ ਹੀਰ ਦੇ ਵੀ ਵਿਦਿਆਰਥੀ ਨੇ। ਤੇ ਸਾਡੇ ਨਾਲ ਦੀਪਕ ਚਨਾਰਥਲ ਸ਼ਰਮਾ। ਔਰ ਮੈਂ ਕਹਿ ਰਿਹਾ ਸੀ ਇਹ ਸਮੇਲ ਤੋਂ ਪੁੱਛਾਂਗੇ ਕਿ ਬਠਿੰਡੇ ਵਾਲੇ ਸਿਰਫ ਰਫਲਾਂ ਰੱਖਣ ਦੇ ਸ਼ੌਂਕੀ ਹੈ ਜਾਂ ਕਿਤਾਬਾਂ ਰੱਖਣ ਦੇ ਵੀ ਸ਼ੌਂਕ ਹੈ? ਇਹ ਬਠਿੰਡੇ ਦੇ ਨੇ, ਇਹ ਕਿਤਾਬਾਂ ਰੱਖਣ ਦੇ ਸ਼ੌਂਕੀ ਨੇ। ਪੁੱਛਦੇ ਇਹਨਾਂ ਤੋਂ ਹਥਿਆਰ ਰੱਖਦੇ ਆ ਜਾਂ ਨਹੀਂ ਰੱਖਦੇ? ਬਠਿੰਡੇ ਵਾਲੇ ਬਾਰੇ ਐ ਕਿਉਂ ਕਹਿੰਦੇ ਨੇ ਸਮੇਲ? ਵੈਸੇ ਕੋਈ ਵੇਲਾ ਸੀ ਕਿ ਏਸ਼ੀਆ ਦੇ ਵਿੱਚੋਂ ਸ਼ਾਇਦ ਸਭ ਤੋਂ ਜ਼ਿਆਦਾ ਸ਼ਰਾਬ ਪੀਣ ਦਾ ਰਿਕਾਰਡ ਇਹਦੀ ਇੱਕ ਤਹਿਸੀਲ ਦੇ ਨਾਮ ਹੁੰਦਾ ਸੀ, ਬਠਿੰਡੇ ਜ਼ਿਲ੍ਹੇ ਦੀ ਦੇ। ਪਰ ਬਠਿੰਡੇ ਦੇ ਵਿੱਚ ਹੀ ਇਹ ਵੀ ਪਤਾ ਲੱਗਦਾ ਕਿ ਸਾਹਿਤ ਦੀਆਂ, ਪੰਜਾਬੀ ਸਾਹਿਤ ਦੀਆਂ ਸਭ ਤੋਂ ਜ਼ਿਆਦਾ ਕਿਤਾਬਾਂ ਇਸ ਇੱਕ ਜ਼ਿਲ੍ਹੇ ਦੇ ਵਿੱਚ ਪੜ੍ਹੀਆਂ ਜਾਂਦੀਆਂ ਨੇ। ਔਰ ਇਹ ਜ਼ਿਲ੍ਹਾ ਕਿਸੇ ਵੇਲੇ ਵਿਦਿਅਕ ਤੌਰ ਦੇ ਉੱਤੇ ਬਹੁਤ ਪਛੜਿਆ ਹੋਇਆ ਇਲਾਕਾ ਸੀ, ਇਹਨੂੰ ਮੰਨਿਆ ਜਾਂਦਾ ਸੀ। ਪਰ ਅੱਜ ਉੱਥੇ ਕੋਈ ਲਗਭਗ 5 ਜਾਂ 6 ਯੂਨੀਵਰਸਿਟੀਆਂ ਨੇ, ਸੈਂਟਰਲ ਗਵਰਨਮੈਂਟ ਦੇ ਅਦਾਰੇ ਨੇ, ਹੋਰ ਕਈ ਚੀਜ਼ਾਂ ਨੇ। ਔਰ ਉਹਦੀ ਇੱਕ ਆਪਣੀ ਸੰਘਰਸ਼ ਦੀ ਇੱਕ ਆਪਣੀ ਬੜੀ ਤਕੜੀ ਪਰੰਪਰਾ ਰਹੀ ਹੈ। ਹਮੀਰ ਜੀ, ਬਹੁਤ ਸਾਰੀਆਂ ਇਲੈਕਸ਼ਨਾਂ ਤੁਸੀਂ ਕਵਰ ਕੀਤੀਆਂ ਨੇ। ਜਦੋਂ ਆਮ ਤੌਰ ਤੇ ਵੈਸੇ ਕਿਹਾ ਜਾਂਦਾ ਜੀ, ਜਦੋਂ ਜ਼ਿਆਦਾ ਵੋਟ ਪੈ ਜਾਵੇ ਉਦੋਂ ਸੱਤਾ ਧਿਰ ਦੇ ਖਿਲਾਫ ਪੈ ਜਾਂਦੀ। ਆਪਦੀਆਂ ਕੈਲਕੂਲੇਸ਼ਨਾਂ ਨੂੰ ਫੇਲ ਵੀ ਹੁੰਦੀਆਂ ਰਹੀਆਂ ਨੇ, ਸਰਵੇ ਫੇਲ ਹੁੰਦੇ ਰਹੇ ਨੇ। ਪਤਾ ਹੀ ਨਹੀਂ, ਕੋਈ ਕਹਿੰਦੇ ਕੋਈ ਮੈਥਮੈਟਿਕ ਥੋੜੀ ਹੁੰਦੀ ਹੈ ਇਲੈਕਸ਼ਨ। ਕੀ ਲੱਗਦਾ ਤੁਹਾਨੂੰ ਮਾਹੌਲ ਕੀ ਲੱਗ ਰਿਹਾਗਾ? ਜੇ ਆਪਾਂ ਕਿਸੇ ਪਰਟੀਕੂਲਰ ਪਾਰਟੀ ਦੇ ਪੱਖ ਜਾਂ ਵਿਰੋਧ ਟਿੱਪਣੀ ਨਾ ਕਰਕੇ ਓਵਰਆਲ ਮਾਹੌਲ ਕੀ ਲੱਗ ਰਿਹਾ? ਨਹੀਂ, ਕਾਫੀ ਲੰਮੇ ਸਮੇਂ ਤੱਕ ਇਹ ਧਾਰਨਾ ਰਹੀ ਤੇ ਕਾਫੀ ਜ਼ਿਆਦਾ ਤੱਕ ਇਹ 2012 ਚ ਕਾਲੀਆਂ ਨੇ, 2012 ਅਕਾਲੀਆਂ ਨੇ, ਬੀਜੇਪੀ ਨੇ ਵੀ ਤੋੜੀ ਆ ਪਾਰਲੀਮੈਂਟ ਦੇ 2014-19 ਦੇ ਜਦੋਂ ਪੋਰਸ਼ਨ ਸੀ, ਉਹਦੇ 'ਚ ਵੀ ਤੋੜੀ ਆ ਜਦੋਂ ਉਹ ਹੋਇਆ। ਔਰ ਪਰ ਟੁੱਟਦੀ ਨਜ਼ਰ ਆਉਂਦੀ। ਇਦੋਂ ਪਹਿਲਾਂ ਇਹ ਵੀ ਇੱਕ ਦੌਰ ਸੀ ਸਾਡੇ ਕਿ ਇੱਕ ਵਾਰੀ ਹਰ ਸਟੇਟਾਂ 'ਚ ਇੱਕ ਵਾਰ ਇੱਕ ਪਾਰਟੀ, ਦੂਜੀ ਵਾਰ ਦੂਜੀ। ਹੁਣ 3-3 4-4 ਵਾਰ ਹੋ ਗਿਆ ਕਈਆਂ ਸਟੇਟਾਂ 'ਚ ਸੇਮ ਪਾਰਟੀ ਜਿਹੜੀ ਅੱਗੇ ਚੱਲ ਰਹੀ ਹੈ ਜਾਂ ਦੁਬਾਰਾ ਬਣ ਗਈ ਹੈ। ਔਰ ਚੀਜ਼ਾਂ ਬਦਲਦੀਆਂ ਨੇ, ਐਵੋਲਿਊਟ ਹੁੰਦੀਆਂ ਨੇ। ਪਰ ਇਹਦਾ ਮਤਲਬ ਇਹ ਚੰਗਾ ਕਿ ਜੇ ਜ਼ਿਆਦਾ ਵੋਟਿੰਗ ਹੋਈ ਹੈ ਤਾਂ ਲੋਕ ਵੋਟ ਪਾਉਣ ਦੇ ਲਈ ਤਾਂ ਤਿਆਰ ਨਹੀਂ ਨੇ ਕਿ ਮੈਂ ਕਿਹਨੂੰ ਪਾਉਣੀ ਆ ਕਿਹਨੂੰ ਨਹੀਂ। ਉਹਦੇ 'ਚੋਂ ਆਪੋ ਆਪਣੇ ਅਪਰੋਚ ਦੇ ਮੁਤਾਬਕ 10 ਮਾਰਚ ਤੱਕ ਸਾਰੇ ਮੇਰਾ ਕਹਿੰਦਾ ਸਕੂਨ ਜਾਂ ਲੈ ਲੈਣਗੇ। ਹਰੇਕ ਨੂੰ ਲੱਗੂਗਾ ਮੇਰੇ ਬਦਲਾਅ ਕਰਕੇ ਮੈਨੂੰ ਪੈਗੀ, ਦੂਜਾ ਕਹੂਗਾ ਆਪਣੇ ਬੰਦੇ ਜ਼ਿਆਦਾ ਭੁਗਤ ਗਏ, ਤੀਜਾ ਕਹੂਗਾ ਆਪਣੇ ਜਾਂਦੇ ਜ਼ਿਆਦਾ ਭੁਗਤ ਗਏ। ਗੱਲ ਤਾਂ ਓਨਾ ਹੀ ਹੈ, ਹੁਣ ਨਤੀਜਿਆਂ ਤੱਕ ਹੀ ਸਭ ਨੂੰ ਮਤਲਬ ਦੇਖਣਾ ਹੈ। ਹਾਂ, ਡੈਮੋਕ੍ਰੇਸੀ ਦਾ ਇਹ ਜ਼ਰੂਰ ਚੀਜ਼ ਹੈ। ਇਹਦਾ ਮਤਲਬ ਜਿਵੇਂ ਐਤਕੀ ਇਹ ਲੱਗਦਾ ਸੀ ਇੱਕ ਹੱਦ ਤੱਕ ਕਿ ਵੱਡੀਆਂ ਰੈਲੀਆਂ ਨਹੀਂ ਹੋਈਆਂ, ਕਰੋਨਾ ਕਰਕੇ ਪਾਬੰਦੀਆਂ ਰਹੀਆਂ, ਬਾਕੀ ਦੀਆਂ ਚੀਜ਼ਾਂ ਨੇ, ਉਹਦੇ ਬਾਵਜੂਦ ਇੰਨੀ ਵੋਟ ਪੈਣੀ ਕਿਤੇ ਨਾ ਕਿਤੇ ਇਨਡਾਇਰੈਕਟਲੀ ਮੇਰਾ ਖਿਆਲ ਹੈ ਇਹਦਾ ਜਿਹੜਾ ਕ੍ਰੈਡਿਟ ਹੈ ਉਹ ਵੱਡੇ ਅੰਦੋਲਨ ਨੂੰ ਵੀ ਜਾਂਦਾ ਹੈ। ਅੰਦੋਲਨ ਨੇ ਲੋਕਾਂ ਨੂੰ ਅਵੇਅਰ ਕੀਤਾ ਹੈ ਬਹੁਤ ਜ਼ਿਆਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਉਹ ਕਿਸੇ ਨਾ ਕਿਸੇ ਰੂਪ 'ਚ ਰਿਫਲੈਕਸ਼ਨ ਹੈ ਵੋਟਰ ਦੀ ਕਿ ਜਿਹੜੀ ਉਹ ਜਾਗਰੂਕਤਾ ਹੈ ਉਹ ਤੁਹਾਨੂੰ ਵੱਡਾ ਰੋਲ ਨਿਭਾਉਣ ਲਈ, ਨਿੱਜ ਤੋਂ ਅੱਗੇ ਜਾ ਕੇ ਰੋਲ ਨਿਭਾਉਣ ਦੇ ਲਈ ਸਮਾਜ ਦੇ ਵਿੱਚ, ਜਾਂ ਜੋ ਤੁਸੀਂ ਚਾਹੁੰਦੇ ਹੋ ਜਾਂ ਤੁਸੀਂ ਨੁਮਾਇੰਦਾ ਚੁਣਨਾ ਚਾਹੁੰਦੇ ਹੋ, ਉਹਦਾ ਵੀ ਇੱਕ ਭੂਮਿਕਾ ਦੇਖੀ ਜਾਏਗੀ। ਪਤਾ ਤਾਂ ਇਸ ਤੋਂ ਬਾਅਦ ਜਦੋਂ ਪੂਰੇ ਫੈਕਟਸ ਆ ਗਏ, ਅੰਕੜੇ ਆ ਗਏ। ਇਸੇ ਕਰਕੇ ਇਹ ਟ੍ਰੈਂਡ ਪੁਰਾਣਾ ਹੀ ਹੈ ਕਿ ਪਿੰਡਾਂ 'ਚ ਹਮੇਸ਼ਾ ਹੀ ਵੋਟ ਜ਼ਿਆਦਾ ਪੈਂਦੀ ਹੈ। ਸ਼ਹਿਰੀ ਟ੍ਰੈਂਡ ਜਿੱਡੇ ਵੱਡੇ ਸ਼ਹਿਰ ਨੇ ਓਡੇ ਜ਼ਿਆਦਾ। ਨਾਰਮਲੀ ਜਿੰਨੇ ਅਮੀਰ ਬੰਦਾ ਉਹਨੇ ਘੱਟ ਵੋਟ ਪੋਲ ਹੁੰਦੀ ਹੈ ਉਹਨਾਂ ਕਰਕੇ। ਜੇ ਉਹਨਾਂ ਸਾਈਡਾਂ 'ਤੇ ਘੱਟ ਵੋਟ ਪੋਲ ਹੁੰਦੀ ਹੈ ਤੇ ਦੂਜੀਆਂ 'ਤੇ ਜ਼ਿਆਦਾ ਵੋਟ ਪੋਲ ਹੁੰਦੀ ਹੈ। ਕਿ ਨਾਨ ਪੋਲੀਟੀਕਲ ਐਂਗਲ ਦੀ ਕੰਪੇਨ ਬਣੀ ਜਿਹੜੀ ਸਾਰੀ, ਤੇ ਉਹਦੇ 'ਚ ਆ ਜਿਹੜੀਆਂ ਫਰੀਬੀਜ਼ ਦਾ ਜਿਹੜਾ ਮੇਨ ਕੁਐਸਚਨ ਹੈ, 1000 ਰੁਪਈਆ ਉਹਨੂੰ, ਜੋ 2000 ਰੁਪਈਆ ਉਹਨੂੰ। ਇਹਦੇ 'ਚ ਪਿਛਲੇ ਸਾਲ ਵੀ ਪੰਜਾਬ ਦੇ ਵਿੱਚ ਔਰਤਾਂ ਦੀ ਵੋਟਿੰਗ ਪਰਸੈਂਟ ਬੰਦਿਆਂ ਨਾਲੋਂ ਜ਼ਿਆਦਾ ਰਹੀ ਸੀ, ਪਿਛਲੀ 2017 ਦੀ ਇਲੈਕਸ਼ਨ 'ਚ ਵੀ। ਔਰ ਪੰਜਾਬ ਦੀਆਂ ਔਰਤਾਂ ਦਾ ਇਸ ਵਾਰ ਜਨਤਕ ਖੇਤਰ ਦੇ ਵਿੱਚ, ਉਹ ਅੰਦੋਲਨ ਦੇ ਰੂਪ ਦੇ ਵਿੱਚ ਵੀ, ਵੱਖ-ਵੱਖ ਰੂਪ ਦੇ ਵਿੱਚ ਵੀ ਹਿੱਸੇਦਾਰੀ ਕਿਸੇ ਨਾ ਕਿਸੇ ਰੂਪ 'ਚ ਵੱਧ ਰਹੀ ਹੈ। ਭਾਵੇਂ ਪਾਰਟੀਆਂ ਨੇ ਉਹਨਾਂ ਨੂੰ ਟਿਕਟ ਨਹੀਂ ਹੋਣੀ ਦਿੱਤੀ। 1304 ਦੇ ਵਿੱਚੋਂ ਕੇਵਲ 93 ਤੁਸੀਂ ਔਰਤਾਂ ਨੂੰ ਟਿਕਟ ਦਿੰਦੇ ਹੋ। ਔਰ ਜਿਹੜਾ ਕਿ ਖੁੱਲ੍ਹਣਾ ਚਾਹੀਦਾ ਸੀ ਮੌਕਾ ਉਸ ਪੱਧਰ ਦੇ ਉੱਤੇ, ਔਰ ਉਹ ਉਹਨਾਂ ਨਹੀਂ ਖੁੱਲ੍ਹਿਆ। ਪਰ ਮੈਨੂੰ ਲੱਗਦਾ ਜੇ ਉਹਨਾਂ ਦੀ ਸਰਗਰਮੀ ਵੱਧਦੀ ਗਈ ਤਾਂ ਅਬ ਜ਼ਬਰਦਸਤੀ ਉਹਨਾਂ ਨੇ ਆਪਣਾ ਹਿੱਸਾ ਲੈ ਜਾਣਾ ਹੌਲੀ ਹੌਲੀ, ਅੱਜ ਨਹੀਂ ਤਾਂ ਕੱਲ, ਜਿਸ ਰੂਪ ਦੇ ਵਿੱਚ ਜਾਏ। ਐਤਕੀ ਇਸ ਕੰਪੇਨ 'ਚ ਜੇਕਰ ਦੇਖਿਆ ਗਿਆ ਜਿਹੜੇ ਸਵਾਲ ਪੁੱਛਣ ਵਾਲੇ 'ਚ ਸਭ ਤੋਂ ਜ਼ਿਆਦਾ ਗਿਣਤੀ ਔਰਤਾਂ ਦੀ ਸੀ।
ਚਾਹੇ ਉਹ ਗਰੀਬ ਮਨਰੇਗਾ ਵਰਕਰ ਸੀ, ਚਾਹੇ ਉਹ ਕਿਸਾਨੀ ਚੋਂ ਔਰਤਾਂ ਸੀ। ਜਿੰਨੇ ਵੀ ਮੰਤਰੀਆਂ ਤੇ ਆਮ ਬੰਦਿਆਂ ਨੂੰ ਸਵਾਲ ਕੀਤੇ ਗਏ ਉਹਦੇ ਪਿੱਛੇ ਬੀਬੀਆਂ ਦਾ ਹੱਥ ਬੜਾ ਜ਼ਿਆਦਾ ਸੀ। ਉਹਨਾਂ ਨੇ ਬੜੇ ਧੜੱਲੇ ਨਾਲ ਸਵਾਲ ਕੀਤੇ ਨੇ। ਕੀ ਲੱਗਦਾ ਸਮੇਲੇ ਇਹ ਟ੍ਰੈਂਡ ਤੁਸੀਂ ਤਾਂ ਯੂਨੀਵਰਸਿਟੀ ਦੀ ਸਟੂਡੈਂਟ ਪੋਲਿਟਿਕਸ ਤੋਂ ਲੈ ਕੇ ਵਿਧਾਨ ਸਭਾ ਚੋਣ ਵੀ ਲੜੀ ਔਰ ਇੱਕ ਪਾਰਟੀ ਦੇ ਤੁਸੀਂ ਅਬਜ਼ਰਵਰ ਟਾਈਪ ਵੀ ਰਹੇ, ਸਭ ਕੁਝ ਦੇਖਦੇ ਰਹੇ, ਕਿਵੇਂ ਦੇਖਦੇ ਹੋ? ਦੇਖੋ 14 ਦੇ ਵਿੱਚ ਆਮ ਆਦਮੀ ਪਾਰਟੀ ਦਾ ਮੈਂ ਕਨਵੀਨਰ ਸੀ ਤੇ ਜੋ ਲਹਿਰ ਉਸ ਸਮੇਂ ਸੀ ਆਮ ਆਦਮੀ ਪਾਰਟੀ ਦੀ, ਬਿਨਾਂ ਕਿਸੇ ਸਟਰਕਚਰ ਦੇ ਔਰ ਜਿਵੇਂ ਲੋਕਾਂ ਨੇ ਆਪ ਮੁਹਾਰੇ ਬੂਥ ਲਾਏ ਨੌਜਵਾਨਾਂ ਨੇ, ਜਿੱਥੇ ਪਾਰਟੀ ਦੀ ਕੋਈ ਰਸਮੀ ਉਸ ਕਿਸਮ ਦੀ ਹਾਜ਼ਰੀ ਵੀ ਨਹੀਂ ਸੀ ਤੇ ਜਿੱਤਾਂ ਹਾਸਲ ਕੀਤੀਆਂ, ਜਿੰਨੀ ਵੋਟ ਪਰਸੈਂਟੇਜ ਉਸ ਪਾਰਲੀਮੈਂਟਰੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਈ ਸੀ, ਮੇਰਾ ਖਿਆਲ ਹੈ 24.9% ਉਦੋਂ ਵੋਟ ਪਈ ਸੀ, ਉਨੀ ਵੋਟ ਨਾ ਉਹਨਾਂ ਨੂੰ 2017 ਦੀਆਂ ਵਿਧਾਨ ਸਭਾਈ ਚੋਣਾਂ ਦੇ ਵਿੱਚ ਵੀ ਉਸ ਤੋਂ 1% ਘੱਟ ਵੋਟ ਪਈ ਸੀ। ਤੇ ਬਾਅਦ ਦੇ ਵਿੱਚ ਤੇ ਆਪਾਂ 19 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਜੋ ਦੇਖਿਆ ਕਿ ਲਗਭਗ 8.5% ਕਰੀਬ ਵੋਟ ਆਮ ਆਦਮੀ ਪਾਰਟੀ ਨੂੰ ਪਈ। ਸਹੀ ਗੱਲ ਹੈ ਕਿ ਕੈਂਪੇਨ ਉਸ ਕਿਸਮ ਦਾ ਕਰੋਨਾ ਪਾਬੰਦੀਆਂ ਕਰਕੇ ਉਸ ਕਿਸਮ ਦੇ ਨਾਲ ਵੱਡੀਆਂ ਰੈਲੀਆਂ ਤੇ ਹੋਰ ਵੱਡਿਆਂ ਜਨਤਕ ਸ਼ੋਆਂ ਤੱਕ ਨਾ ਹੋਣ ਦੇ ਬਾਵਜੂਦ ਵੀ ਜੇ ਲੋਕ ਇੰਨੀ ਵੱਡੀ ਪੱਧਰ ਤੇ ਆ ਰਹੇ ਆ ਤਾਂ ਇਹਦੇ ਵਿੱਚ ਲੋਕਾਂ ਦਾ ਕੋਈ ਆਪਣਾ ਹੀ ਉਦਮ ਹੈ ਔਰ ਉਹ ਉਦਮ ਕੀ ਰੰਗ ਦਿਖਾ ਰਿਹਾ ਹੈ, ਵੱਖੋ-ਵੱਖ ਹਲਕਿਆਂ ਦੇ ਵਿੱਚ ਉਹ ਕੀ ਕੰਮ ਕਰ ਰਿਹਾ ਹੈ, ਕੀ ਇਹ ਸਾਰਾ ਇੱਕ ਪਾਸੇ ਦਾ ਹੀ ਹੈ? ਮਾਰਜਨ ਛੋਟੇ ਹੋਣਗੇ ਹਮੀਰ ਜੀ? ਕਿਹਾ ਜਾ ਸਕਦਾ ਕਿਉਂਕਿ ਜਦੋਂ ਇੰਨੇ ਕੋਨੀ ਹੋ ਜਾਂਦੀ ਹੈ ਫਾਈਟ। ਉਹਨਾਂ ਤਾਂ ਐਵੇਂ 5 ਲੱਗ ਰਿਹਾ, ਹੋਣਾ ਤਾਂ 3 ਜਾਂ 4 ਹੋ ਜਾਊਗਾ, 5 ਤਾਂ ਕਹਿੰਦੇ 5 ਤਾਂ ਮੰਨੀ ਰਹੇ ਲੋਕ। ਨਹੀਂ ਪਤਾ ਨਹੀਂ ਕਿੰਨੇ ਕੋਨਾ, ਉਹ 5 ਕੋਨੇ ਦਾ ਸੀਟਾਂ ਤੇ ਮੈਟਰ ਕਰੂਗਾ, ਹੋ ਸਕਦਾ ਹੈ ਮੈਟਰ ਕਰਦਾ, ਪਤਾ ਕੋਈ 10,000 ਲੈ ਗਿਆ 5,000 ਤੇ ਬਰਾਬਰ ਦੀ ਗੱਲ ਹੁੰਦੀ ਐ ਨਹੀਂ ਹੁੰਦੀ, ਪਰ ਉਹਦੇ ਚ ਹੁੰਦੀ ਹੈ ਕਿ ਜੇ 15 ਸੀਟਾਂ ਤੇ ਵੀ ਕੋਈ ਧਿਰ ਰੱਖਦੀ ਹੈ ਤਾਂ ਉਹ ਵੀ ਜਿੱਤ ਹਾਰ ਦਾ ਫੈਸਲਾ ਕਰਦੀ ਹੈ, ਜਿੰਨਾ ਵੀ ਲਿਜਾਂਦਾ ਉਹਨੂੰ ਤੁਸੀਂ ਜਿੱਥੇ ਕੰਪੀਟੀਸ਼ਨ ਜ਼ਿਆਦਾ ਹੈ, ਜਿੱਥੇ ਸਾਡੀ ਟੀਮ ਨੂੰ ਕਹੂੰਗਾ, ਸਾਡੀ ਟੀਮ ਅਗਰ ਉਹ ਗ੍ਰਾਫਿਕ ਚਲਾ ਸਕਦੀ ਹੈ, ਪੰਜਾਬ ਦੀਆਂ ਸੀਟਾਂ ਦੇ ਮਾਰਜਨ ਵਾਲੇ ਗ੍ਰਾਫਿਕ ਜ਼ਰੂਰ ਚਲਾਓ। ਮਾਰਜਨ ਵਾਲੇ ਗ੍ਰਾਫਿਕ ਬਣਾਏ ਸੀ ਅਸੀਂ, ਕਿੰਨੀਆਂ ਸੀਟਾਂ ਦੇ 5,000 ਦਾ ਮਾਰਜਨ ਪਿਛਲੀ ਵਾਰ, ਕਿੰਨੀਆਂ ਦੇ 10,000 ਦਾ, 17 ਦਾ ਮਾਰਜਨ ਅਗਰ ਚਲਾ ਸਕਦੇ ਹੋ ਜ਼ਰੂਰ ਚਲਾਓ। ਜਿੱਥੇ ਜਿੱਥੇ ਕੰਪੀਟੀਸ਼ਨ ਜ਼ਿਆਦਾ ਹੈਗਾ, ਤਿੰਨੇ ਪਾਰਟੀਆਂ ਜ਼ਿਆਦਾ ਐਕਟਿਵ ਹੈਗੀਆਂ, ਮੇਨ 3 ਪਾਰਟੀਆਂ ਆਪਾਂ ਕਹਿ ਲਓ, ਉੱਥੇ ਵੇਖੋ ਵੋਟ ਪਰਸੈਂਟੇਜ ਬਹੁਤ ਜ਼ਿਆਦਾ ਵਧ ਰਹੀ ਹੈ। ਇਹਦਾ ਮਤਲਬ ਇਹ ਹੈ ਕਿ ਸਾਰੇ ਲੋਕ ਜਿਹੜੇ ਪੋਲਿੰਗ ਕਰਾਉਣਾ ਚਾਹੁੰਦੇ ਹੈਗੇ ਆ ਜਾਂ ਪਾਰਟੀਆਂ ਦਾ ਕਾਡਰ ਆ, ਉਹ ਪੂਰਾ ਜ਼ੋਰ ਲਾ ਰਿਹਾ, ਵਾਹ ਲਾ ਰਿਹਾ। ਉਹਨਾਂ ਨੂੰ ਲੱਗਦਾ ਹੈ ਕਿ ਵੀ ਮਾਈਨਰ ਡਿਫਰੈਂਸਿਸ ਦਾ ਇਫੈਕਟ ਪਊਗਾ। ਜਿੱਥੇ ਕੰਪੀਟੀਸ਼ਨ 2 ਧਿਰਾਂ ਦੇ ਵਿੱਚ ਆ, ਉੱਥੇ ਹਲੇ VOTING ਉਨੀ ਤੇਜ਼ ਨਹੀਂ ਹੋਈ। ਇਹ ਫਰਕ ਆਪਾਂ ਦੁਆਬੇ ਚ ਵੇਖੋ। ਤੁਸੀਂ ਆਪਣੇ ਇਲਾਕੇ ਦੀ ਵੀ ਖਬਰ ਦੱਸਦੇ ਰਹੋ, ਕਮੈਂਟ ਕਰੋ ਲਗਾਤਾਰ, ਅਸੀਂ ਤੁਹਾਡੇ ਕਮੈਂਟ ਵੀ ਪੜਾਂਗੇ। ਤੁਹਾਡੇ ਇਲਾਕੇ ਦਾ ਕੀ ਹਾਲ ਆ, ਕਿਵੇਂ VOTING ਹੋ ਰਹੀ ਹੈ, ਸਭ ਸੁੱਖ ਸ਼ਾਂਤੀ ਹੈ? ਸੁੱਖ ਸ਼ਾਂਤੀ ਰਹਿਣੀ ਚਾਹੀਦੀ ਹੈ। ਆਪਣੀਆਂ ਪਾਰਟੀਆਂ ਬਾਰੇ ਤੁਸੀਂ ਠੋਕੀ ਜਾਂਦੇ ਹੋ ਕਮੈਂਟ ਨਾਲ ਦੀ ਨਾਲ, ਕੋਈ ਕਹਿੰਦਾ ਫਲਾਨਾ 80+, ਦੂਜਾ ਕਹਿੰਦਾ 80 60+, ਕੋਈ ਕਹਿੰਦਾ ਅਸੀਂ 70+। ਸਾਰੀਆਂ ਪਾਰਟੀਆਂ ਦਾ ਕਲੇਮ ਹੈ ਕਿ ਮੈਜੋਰਿਟੀ ਸਾਡੀ ਆ ਰਹੀ ਹੈ, ਇਸ ਕਰਕੇ ਉਹ ਅਸੀਂ ਗੱਲ ਨਹੀਂ ਕਰਨੀ। ਤੁਸੀਂ ਮੈਜੋਰਿਟੀ ਯਾਦਵਿੰਦਰ 1304 ਉਮੀਦਵਾਰ ਨੇ 10 ਮਾਰਚ ਦੇ ਸਵੇਰ ਦੇ 8 ਵਜੇ ਤੱਕ ਸਾਰੇ ਜੇਤੂ ਨੇ। ਸੋ 10 ਵਜੇ ਉਸ ਤਰੀਕ ਨੂੰ 8 ਵਜੇ ਤੋਂ ਬਾਅਦ ਪਤਾ ਲੱਗਣਾ। ਹਾਂ, ਪਰ ਜਿਹੜੀ ਇਹ ਅੰਕੜੇ ਆ ਰਹੇ ਨੇ ਜਿਹੜੇ 3 ਵਜੇ ਤੱਕ ਦੇ ਨਾਲ ਆਪਾਂ ਚਰਚਾ ਕਰ ਰਹੇ ਹਾਂ, ਬਿਲਕੁਲ ਜਿਵੇਂ ਗੱਲ ਕੀਤੀ ਕਿ ਤਾਂ ਮਾਲਵਾ, ਜੇਕਰ ਉਸ ਨਜ਼ਰੀਏ ਤੋਂ ਦੇਖਣਾ ਜਿਹੜਾ ਪੁਰਾਣਾ ਟ੍ਰੈਂਡ ਮੰਨਿਆ ਜਾਂਦਾ ਕਿ ਜਿੱਥੇ ਵੋਟ ਪਰਸੈਂਟ ਵੱਧ ਗਈ ਉੱਥੇ ਨਵੀਆਂ ਧਿਰਾਂ ਆ ਰਹੀਆਂ ਨੇ, ਤਾਂ ਫਿਰ ਮਾਲਵੇ ਦੇ ਵਿੱਚ ਹੋ ਸਕਦਾ ਕਿ ਨਵੀਂ ਧਿਰ ਨੂੰ ਮੂਹਰੇ ਅਗਵਾਈ ਮਿਲ ਰਹੀ ਹੋਵੇ। ਪਰ ਦੂਸਰੇ ਪਾਸੇ ਉਹ ਪਿੰਡੂ ਖੇਤਰਾਂ ਦਾ, ਜਿਵੇਂ ਹਮੀਰ ਭਾਜੀ ਨੇ ਗੱਲ ਕੀਤੀ, ਪਿੰਡੂ ਬੈਲਟ, ਉੱਥੇ ਸ਼ਹਿਰ ਵੀ ਸਾਡੇ ਪਿੰਡਾਂ ਵਰਗੇ ਨੇ, ਉਹ ਕਸਬੇ ਵੀ ਸਾਡੇ ਪਿੰਡਾਂ ਵਰਗੇ, ਇਸ ਲਈ ਉੱਥੇ ਵੋਟ ਪਰਸੈਂਟ ਤੁਹਾਨੂੰ ਵੱਧ ਮਿਲਣੀ ਓ ਮਿਲਣੀ ਆ। ਉਹਦੇ ਮੁਕਾਬਲੇ ਦੁਆਬੇ ਦੇ ਵਿੱਚ ਜਾਂ ਮਾਝੇ ਦੇ ਵਿੱਚ ਸ਼ਹਿਰਾਂ ਦੇ ਵਿੱਚੋਂ ਵੋਟ ਨਹੀਂ ਨਿਕਲਣੀ। ਪਰ ਇੱਕ ਗੱਲ ਜ਼ਰੂਰ ਹੈ ਕਿ ਇਸ ਵਾਰ 7 ਵੱਡੀਆਂ ਧਿਰਾਂ ਨੇ ਮੁਕਾਬਲੇ 'ਚ, ਹੁਣ ਤੁਸੀਂ 5 ਤੱਕ ਵੀ ਨਹੀਂ ਕਹਿ ਸਕਦੇ। ਉਹਦੇ ਵਿੱਚ ਇਸ ਵਾਰ ਬੈਂਸ ਭਰਾਵਾਂ ਨੇ ਵੀ ਵੱਡੀ ਥਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਕੀਤੇ ਨੇ। ਉਹਦੇ ਵਿੱਚ ਸਿਮਰਜੀਤ ਮਾਨ ਹੋਰੀ ਵੀ ਦੁਬਾਰਾ ਚਰਚਾ 'ਚ ਨੇ, ਕੱਲੀ ਆਪਣੀ ਸੀਟ ਨਹੀਂ, ਬਾਕੀ ਉਮੀਦਵਾਰ ਵੀ। ਸੋ ਇਸ ਲਈ ਉਹਨਾਂ ਧਿਰਾਂ ਨੂੰ ਕਿੰਨੀ ਵੋਟ ਪੈਣੀ ਆ, ਉਹਨਾਂ ਨੇ ਬਾਕੀਆਂ ਦੀ ਜਿੱਤ ਤੈਅ ਕਰ ਦੇਣੀ ਆ। ਬੀਜੇਪੀ ਚਾਹੇ ਮੁਕਾਬਲੇ 'ਚ ਘੱਟ ਸੀਟਾਂ ਤੇ ਹੋਵੇ, ਪਰ ਉਹਨੇ ਜਿੱਤਣ ਵਾਲੇ ਉਮੀਦਵਾਰ ਨੂੰ ਹਰਾਉਣ 'ਚ ਭੂਮਿਕਾ ਨਿਭਾਉਣੀ ਆ। SSM ਚਾਹੇ ਸੀਟ ਕਿਹੜੀ ਕੱਢਦਾ ਨਹੀਂ ਕੱਢਦਾ, ਪਰ ਅਹਿਮੀਅਤ ਬਹੁਤ ਹੋਣੀ ਕਿ ਜਿੱਤ ਹਾਰ ਕਿਹਦੇ ਕਾਰਨ ਹੋ ਰਹੀ ਆ। ਸੋ ਇਸ ਲਈ ਐਕਤੀ 5 ਕੋਣੇ 6 ਕੋਣੇ ਮੁਕਾਬਲੇ ਜ਼ਰੂਰ ਨੇ। ਹਾਂ, ਕਈ ਥਾਵਾਂ ਦੇ ਉੱਤੇ ਸਿਰਫ ਤੇ ਸਿਰਫ 2 ਕੋਣੇ ਜਾਂ 3 ਕੋਣੇ ਮੁਕਾਬਲੇ ਨੇ, ਤੇ ਉਹਨਾਂ ਸੀਟਾਂ ਤੇ ਹੋਰ ਵੀ ਜ਼ਿਆਦਾ ਵੋਟ ਪਰਸੈਂਟ ਨਿਕਲ ਕੇ ਆ ਰਹੀ ਆ। ਔਰ ਇਹ ਵੀ ਕਰਨਾ, ਔਰ ਹੋ ਸਕਦਾ ਇਸ ਵਾਰ ਰਿਕਾਰਡ ਟੁੱਟੇ 80 ਤੋਂ ਉੱਪਰ। 2-3 ਚੀਜ਼ਾਂ ਜਿਹੜੀਆਂ ਕਹੇ ਨੇ, ਇੱਕ ਤਾਂ ਕਹਿ ਜਾਂਦਾ ਪੰਜਾਬ ਦੀ ਰਾਜਨੀਤੀ ਹਿੰਦੂ ਨੂੰ ਡਰਾਉਣ ਦੀ ਰਾਜਨੀਤੀ ਕਹੀ ਹੈ, ਰਹੀ ਹੈਗੀ। ਹਿੰਦੂ ਨੂੰ ਡਰਾਓ ਤੇ ਪੋਲਰਾਈਜ਼ ਕਰੋ। ਤੁਹਾਨੂੰ ਕੀ ਲੱਗਦਾ? ਮੈਂ 2 ਗੱਲਾਂ ਪੁੱਛਣਾ ਚਾਹੁੰਦਾ। ਡੇਰਾ ਕੋਈ ਫੈਕਟਰ ਹੋਏਗਾ ਇਹਨਾਂ ਚੋਣਾਂ 'ਚ? ਇਹ ਹਿੰਦੂ ਵਾਲੀ ਜਿਹੜੀ ਪੋਲਿਟਿਕਸ ਹੈ ਕੰਮ ਕਰੇਗੀ? ਆਪਾਂ ਇੱਕ ਪਾਰਟੀ 2 ਪਾਰਟੀਆਂ ਬਨਾਮ ਨਾ ਕਰਕੇ ਜਨਰਲ ਟਿੱਪਣੀ ਕਰੀ? ਨਹੀਂ, ਕੋਸ਼ਿਸ਼ ਕੀਤੀ ਗਈ ਹੈ ਕਾਫੀ। ਐਤਕੀ ਤਾਂ ਖਾਸ ਤੌਰ ਤੇ ਕੋਸ਼ਿਸ਼ ਕੀਤੀ ਗਈ ਹੈ। ਚਾਹੇ ਤੁਸੀਂ
ਮਤਲਬ ਪੀਸ ਮਾਰਚ ਕੱਢਣੇ ਹੋਣ, ਤਿਰੰਗਾ ਯਾਤਰਾ ਕੱਢਣੀ ਹੋਵੇ ਜਾਂ ਬਾਕੀ ਦੀਆਂ ਚੀਜ਼ਾਂ ਜਿੰਨੀਆਂ ਵੀ ਕੀਤੀਆਂ ਉਸ ਪੱਧਰ ਦੇ ਉੱਤੇ, ਇਹ ਬਿਲਕੁਲ ਇੱਕ ਕੈਲਕੂਲੇਟਡ ਗੇਮ ਦਾ ਹਿੱਸਾ ਮਤਲਬ ਦਿਖਾਈ ਦਿੱਤਾ ਹੈ ਉਹ ਸਾਰੇ ਮਾਮਲੇ ਦੇ ਵਿੱਚ। ਇਹਦਾ ਅਸਰ ਕਿੰਨਾ ਪੈਂਦਾ, ਸੇਮ ਪਾਰਟੀ ਨੂੰ ਪੈਂਦਾ ਜਾਂ ਦੂਜਿਆਂ ਨੂੰ ਪੈਂਦਾ, ਇਹ ਅਜੇ ਰਿਜ਼ਲਟ ਤੋਂ ਬਾਅਦ ਪਤਾ ਲੱਗੂਗਾ ਕਿ ਕਿਵੇਂ ਉਵੇਂ ਬਿਹੇਵ ਵੋਟਰ ਕਰਦਾ ਜਾਂ ਨਹੀਂ ਕਰਦਾ। ਤੇ ਡੇਰਾ ਦੀ ਗੇਮ ਲਗਭਗ ਜ਼ਿਆਦਾ ਉੱਭਰਵੇਂ ਰੂਪ ਚ 2007 ਦੀਆਂ ਚੋਣਾਂ ਤੋਂ ਸਟਾਰਟ ਹੋਈ ਸੀ। 2007 ਦੀਆਂ ਚੋਣਾਂ 'ਚ ਜਦੋਂ ਢੋਲ ਵਜਾ ਕੇ ਉਹਨਾਂ ਨੇ ਇੱਕ ਪਾਰਟੀ ਦੀ ਮਦਦ ਕਰਤੀ ਸੀ, ਉਹਦੇ ਤੋਂ ਇਹ ਨਵਾਂ ਪੰਗਾ ਪਿਆ, ਪੋਸ਼ਾਕ ਸ਼ੁਰੂ ਹੋ ਕੇ ਬਾਕੀ ਦੀਆਂ ਸਭ ਤੋਂ ਪਹਿਲਾਂ ਉਹ ਸਿਰਸਾ ਡੇਰੇ ਦਾ ਮਾਨਸਾ ਵਾਲਾ ਚੌਕ ਤੋੜਿਆ ਜਾਂਦਾ ਸੱਤਾਧਾਰੀ ਧਿਰ ਵੱਲੋਂ ਜਾ ਕੇ। ਉਹ ਜਿਹੜਾ ਇੱਕ ਦੁਖਾਂਤ ਪੰਜਾਬ 'ਚ ਲਗਾਤਾਰ ਚੱਲਦਾ ਆ ਰਿਹਾ, ਇਹ ਕਾਫੀ ਹੱਦ ਤੱਕ ਉਹ 2007 ਦੀਆਂ ਉਹਦੇ 'ਚ ਸੀ। ਪਰ ਡੇਰਿਆਂ ਦਾ ਜਿਹੜਾ ਇਹ ਰੂਪ ਹੈ ਮੇਰਾ ਖਿਆਲ ਹੈ, ਜਾਂ ਜਿਹੜਾ ਪੈਰੋਲ ਸੀ, ਇਹਨੂੰ ਵੀ ਲੋਕ ਇਹੀ ਮੰਨਦੇ ਨੇ ਕਿ ਉਹ ਕਾਰਨ ਹੈ ਜਿਹਦੇ ਕਰਕੇ ਨੇੜੇ ਤੇੜੇ ਦੀ ਗੱਲ ਇਸ ਲੈਵਲ ਤੇ ਹੋ ਰਹੀ ਹੈ। ਬਾਕੀ ਉੱਭਰਵੇਂ ਰੂਪ 'ਚ ਚਾਹੇ ਨਹੀਂ ਕਹਿੰਦੇ, ਪਰ ਜਦੋਂ ਤੁਸੀਂ ਵਿਜੀਬਲੀ ਇੱਕ ਖਾਸ ਪੋਲੀਟੀਕਲ ਲੀਡਰਾਂ ਨਾਲ ਦਿਖਾਈ ਦੇ ਰਹੇ ਹੋ, ਬਾਕੀ ਡੇਰਿਆਂ ਦੇ ਮੁਖੀ ਜਾਂ ਬਾਕੀ ਦੇ ਲੋਕ ਜਿਹੜੇ ਨੇ, ਔਰ ਇੱਕ ਸੰਤ ਸਮਾਜ ਇੱਕ ਗੱਲ ਦੀ ਪੂਰੀ ਕਰਦਾ, ਮੈਂ ਅਕਾਲੀ ਦਲ ਦੀ ਐਜ ਏ ਸੰਤ ਸਮਾਜ ਸਪੋਰਟ ਕਰ ਰਿਹਾ, ਉਹ ਵੀ ਤਾਂ ਅਖਬਾਰ 'ਚ ਇਸ਼ਤਿਹਾਰ ਵੀ ਸਾਰੇ, ਇਹਦਾ ਮਤਲਬ ਤੁਸੀਂ ਉਹੀ ਗੱਲ ਕਰ ਰਹੇ ਹੋ ਕਿ ਵੋਟਰਾਂ ਨੂੰ, ਤੁਹਾਡੇ ਸ਼ਰਧਾਲੂਆਂ ਨੂੰ ਜਿਹੜਾ ਬੰਦਾ ਹੈ, ਇਹ ਸਾਰੇ ਲੋਕ ਮਿਲ ਕੇ ਉਸ ਬੰਦੇ ਦੀ ਜਿਹੜੀ ਵੋਟ ਦੀ ਵੈਲਿਊ ਹੈ, ਜਿਹੜੀ ਉਹਦੀ ਸਾਹਮਣੇ ਵਾਲੇ ਬੰਦੇ ਤੋਂ ਜਵਾਬਦੇਹੀ ਹੈ ਕਿ ਮੈਂ ਤੈਨੂੰ ਵੋਟ ਪਾਉਣਾ, ਤੂੰ ਮੇਰਾ ਕੰਮ ਕਰੇਗਾ ਜਾਂ ਨਹੀਂ, ਉਹ ਜਵਾਬਦੇਹੀ ਖਤਮ ਕਰਦੀ ਹੈ। ਤੁਹਾਡੇ ਕੋਲੋਂ ਆਉਂਦੇ ਨੇ ਕਿਸੇ ਨਾ ਕਿਸੇ ਰੂਹਾਨੀ ਕੰਮ ਲਈ, ਤੁਹਾਡੇ ਕੋਲੋਂ ਆਉਂਦੇ ਨੇ ਜਿਹੜਾ ਆਮ ਕੰਮ ਤੋਂ ਬਿਨਾਂ ਪੋਲੀਟੀਸ਼ਨ ਤੋਂ ਤੁਹਾਡੇ ਕੋਲ ਆ, ਚਲੋ ਇੱਕ ਸੁਸਾਇਟੀ 'ਚ ਜੁੜ ਜਾਂਦਾ ਬੰਦਾ ਜਾਂ ਬਾਕੀ ਕੰਮਾਂ ਲਈ। ਇਸ ਕੰਮ 'ਚ ਜਦੋਂ ਵੀ ਕਿਸੇ ਇੱਕ ਧਿਰ ਦਾ ਦਖਲ ਦੂਜੀ ਥਾਂ ਤੇ ਜੁੜਦਾ, ਦੂਜੀ ਗੇਮ 'ਚੋਂ ਜਾ ਕੇ ਟੰਗ ਫਸਾਉਂਦਾ, ਤਾਂ ਇਹਦਾ ਮਤਲਬ ਉਹ ਖਰਾਬੀ ਕਰਦਾ, ਨਾ ਕਿ ਉਹਦਾ ਕੋਈ ਫਾਇਦਾ ਹੁੰਦਾ। ਇਹਨਾਂ ਦਾ ਜਾਂਦੇ ਤਾਂ ਹੀ ਨੇ ਪੋਲੀਟੀਸ਼ਨ, ਕੋਈ ਨਾ ਕੋਈ ਫਾਇਦਾ ਹੁੰਦਾ ਹੀ ਹੈ, ਕਿਉਂਕਿ ਕਿਸੇ 10 ਵੋਟਾਂ ਵੀ ਕਿਤੋਂ ਵੱਧ ਮਿਲ ਗਿਆ। ਇੱਕ ਵਾਰ ਗ੍ਰਾਫਿਕ ਜ਼ਰੂਰ, ਜੇ ਤੁਸੀਂ ਮੈਨੂੰ ਨਾਲ ਭੇਜ ਵੀ ਦਿਓਗੇ, ਮੈਂ ਗ੍ਰਾਫਿਕ ਕਹੂੰਗਾ ਟੀਮ ਨੂੰ, ਜਿਹੜੇ ਪਿਛਲੇ ਮਾਰਜਨ ਨੇ, ਤੁਸੀਂ ਮੈਨੂੰ ਤਾਂ ਤੁਸੀਂ ਲਗਾਤਾਰ ਪਿਛਲੇ ਮਾਰਜਨ ਕਿਹੜੇ ਨੇ, ਪਿਛਲੇ ਮਾਰਜਨ ਜਿਹੜਾ ਜੇ 5-5000 ਸੀਟਾਂ ਵਾਲੇ ਵੋਟ ਦਾ ਅੰਤਰ ਜਿਹੜਾ ਤੁਸੀਂ ਡਾਇਰੈਕਟ ਕੱਲੀ ਸੀਟ ਦਾ ਨਾ, ਜੇ ਜਨਰਲੀ ਤੁਸੀਂ ਦੇ ਸਕਦੇ ਹੋ, ਇਹ ਕੱਲੀ ਸੀਟ ਦਾ ਬਹੁਤ ਔਖਾ ਹੋ ਜਾਊਗਾ 117 ਦਾ। ਜੇ ਤੁਸੀਂ ਇੱਕੋ ਚ ਦੱਸ ਸਕਦੇ ਹੋ ਕਿ ਇੰਨੀਆਂ ਸੀਟਾਂ ਦਾ ਮਾਰਜਨ ਇੰਨਾ ਸੀ, ਜੋ ਦਿਖਾ ਸਕਦੇ ਹੋ, ਅਸੀਂ ਦੁਬਾਰਾ ਦਿਖਾਉਣੇ ਆ, ਇਹ ਤਾਂ ਫਿਰ ਕੱਲੀ 217 ਸੀਟਾਂ ਦਾ ਦੱਸਣਾ ਔਖਾ ਹੋ ਜੂ। ਮੈਂ ਟੀਮ ਨੂੰ ਕਹਿਣਾ ਕਿ ਜੇ ਕਰ ਸਕਦੇ ਹੋਗੇ ਸਾਰੀਆਂ ਸੀਟਾਂ ਦਾ, ਕਿ ਇੰਨਾ 10,000 ਮਾਰਜਨ ਵਾਲੀਆਂ ਕਿੰਨੀਆਂ ਨੇ, 15,000 ਵਾਲੀਆਂ ਜਿਵੇਂ ਕਾਦੀਆਂ ਤੇ 11,000 ਦਾ ਮਾਰਜਨ ਸੀ, ਅਗਰ ਉਹ ਆਉਂਦਾ ਤਾਂ ਅਸੀਂ ਦੁਬਾਰਾ ਉਹ ਦਿਖਾਵਾਂਗੇ। ਅੰਮ੍ਰਿਤਸਰ ਜਿਵੇਂ 14,000 ਦਾ ਮਾਰਜਨ ਸੀ ਸੁਨੀਲ ਦੱਤੀ ਦਾ, ਜੇ ਤੁਸੀਂ ਮਾਰਜਨ ਵੈਸੇ ਦਿਖਾ ਸਕਦੇ ਹੋ ਕਿ ਮਾਝੇ ਦੀਆਂ ਸੀਟਾਂ ਤੇ ਕਿੰਨਾ ਮਾਰਜਨ ਸੀ, ਜਾਂ ਕਿੰਨੀਆਂ ਸੀਟਾਂ ਤੇ 15 ਦਾ ਸੀ, ਕਿੰਨੀਆਂ ਦੇ 20 ਦਾ, ਕਿੰਨੇ 10 ਦਾ, ਕਿੰਨੀਆਂ ਦੇ 5 ਦਾ, ਤਾਂ ਉਹ ਡਾਟਾ ਅਸੀਂ ਦਿਖਾਵਾਂਗੇ। ਤੁਹਾਨੂੰ ਕੀ ਲੱਗਦਾਗਾ ਸਾਰਾ ਜਿਸ ਤਰ੍ਹਾਂ ਦੇ ਟ੍ਰੈਂਡ ਨੇ, ਜਿਸ ਤਰ੍ਹਾਂ VOTING ਹੋ ਰਹੀ ਹੈ 60% ਦੇ ਕਰੀਬ ਮਤਲਬ ਚਲੀ ਜਾਏਗੀ ਬੜੀ ਜਲਦੀ, ਕਿਵੇਂ ਦੇਖ ਰਹੇ ਹੋ? ਦੇਖੋ ਇਹ ਨਹੀਂ ਹੁਣ ਐਤਕੀ ਵਾਰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਕੋਈ ਚੇਂਜ, ਜਿਵੇਂ ਕੋਈ ਕੱਢ ਧਿਰ ਦੀ ਸਵੀਪ ਹੈਗੀ ਆ। ਇਹ ਹੋ ਸਕਦਾ ਕਿ ਵੀ ਹਰੇਕ ਆਪਦਾ ਜ਼ੋਰ ਲਾ ਰਿਹਾ ਤਾਂ ਉਹਨਾਂ ਦੀ ਆਪਦੀ ਵੰਡ ਹੋਵੇ। ਰਹੀ ਗੱਲ ਆਪਾਂ ਡੇਰਿਆਂ ਦੀ ਕਰਦੇ ਸੀ, ਡੇਰਾ ਜ਼ਰੂਰੀ ਨਹੀਂ ਕਿ ਵੀ ਵੋਟਾਂ ਹੀ ਲੈ ਕੇ ਆਵੇ। ਡੇਰੇ ਨਾਲ ਕੀ ਹੁੰਦਾ ਕਿ ਜਿਹੜੇ ਐਗਜ਼ਿਸਟਿੰਗ ਵਰਕਰ ਹੁੰਦੇ ਆ, ਉਹਨਾਂ 'ਚ ਇੱਕ ਜੋਸ਼ ਆ ਜਾਂਦਾ ਵੀ ਸਾਨੂੰ ਇੱਕ ਰਿਜ਼ਰਵ ਜਾਂ ਇੱਕ ਸਾਨੂੰ ਸਪੋਰਟ ਆ ਗਈ ਆ, ਤਾਂ ਉਹ ਥੋੜਾ ਜਿਹਾ ਜੋਸ਼ ਨਾਲ ਆਪਦੀਆਂ ਵੋਟਾਂ, ਹੋਰ ਪਹਿਲੀਆਂ ਵੋਟਾਂ ਹੀ ਜਿਹੜੀਆਂ ਐਗਜ਼ਿਸਟਿੰਗ ਵੋਟਾਂ ਹੁੰਦੀਆਂ, ਉਹਨਾਂ ਨੂੰ ਹੀ ਬਿਹਤਰ ਭੁਗਤਾ ਦਿੰਦਾ। ਕਾਡਰ ਜਿਹੜਾ ਹੈਗਾ ਉਹ ਥੋੜਾ ਜਿਹਾ ਗੈਲਵਨਾਈਜ਼ ਹੋ ਜਾਂਦਾ ਜਾਂ ਜੋਸ਼ 'ਚ ਆ ਜਾਂਦਾ ਹੈਗਾ। ਸੋ ਡੇਰੇ ਵਾਲੀ ਪੋਲਿਟਿਕਸ ਦਾ ਅਸਰ ਪੈਂਦਾ। ਸੈਕੰਡਲੀ ਇਹਨਾਂ ਡੇਰਿਆਂ ਦਾ ਜੋ ਵੀ ਹੈ ਥੋੜਾ ਬਹੁਤ, ਕਿਉਂਕਿ ਉਹ ਧਾਰਮਿਕ ਕਾਰਨ ਚਾਹੇ ਜਾਂਦੇ ਆ, ਤਾਂ ਦਿਮਾਗ ਦੇ ਉੱਤੇ ਸਾਈਕੋਲੋਜੀਕਲੀ ਅਸਰ ਤਾਂ ਹੁੰਦਾ ਹੀ ਹੈ ਨਾ ਆਪਦੇ ਫੋਲੋਵਰਸ ਤੇ, ਤਾਂ ਉਹ ਅਸਰ ਪਾਉਣਗੇ, ਇਸ 'ਚ ਕੋਈ ਡਾਊਟ ਨਹੀਂ ਹੈ। ਤੋ ਡਾਟਾ ਦਿਖਾਵਾਂਗੇ ਹੁਣ ਤੱਕ ਦੇ ਜਿਹੜੇ ਟ੍ਰੈਂਡ ਨੇ ਉਹ ਕਿਸ ਤਰ੍ਹਾਂ ਨਤੀਜਿਆਂ 'ਚ ਤਬਦੀਲ ਹੁੰਦੇ ਨੇ, ਕਿਹਦੇ ਪੱਖ 'ਚ ਗਿਆ ਕਿਹਦੇ ਪੱਖ 'ਚ ਨਹੀਂ, ਇਹ ਲੋਕਾਂ ਦੇ ਮਨ 'ਚ ਹੈ। ਤੇ ਲੋਕਾਂ ਦਾ ਮਨ ਪੜ੍ਹਨਾ, ਮਾਂ ਸਾਈਕੀ ਪੜ੍ਹਨੀ ਕਹਿੰਦੇ ਸਭ ਤੋਂ ਔਖਾ ਕੰਮ ਹੁੰਦਾ। ਜਿਹੜਾ ਮਾਂ ਸਾਈਕੀ ਨੂੰ ਪੜ੍ਹਨਾ ਸਿੱਖ ਜਾਂਦਾ ਉਹ ਬਹੁਤ ਵੱਡਾ ਲੀਡਰ ਹੋ ਜਾਂਦਾ ਹੈਗਾ। ਠੀਕ ਕਹਿ ਰਿਹਾ ਮਸਵੀਰ? ਕੱਲਾ ਪੜਨ ਦੇ ਨਾਲ ਮਾਸ ਸਾਈਕੀ ਪੜ੍ਹਨੀ, ਮਾਸ ਸਾਈਕੀ ਨੂੰ ਪੜ੍ਹਨਾ ਦੇਖੋ, ਮਾਸ ਸਾਈਕੀ ਨਾ ਕੋਈ ਇੱਕ ਮੋਨੋਲਿਥ ਨਹੀਂ ਹੁੰਦਾ, ਉਹਦੇ ਅੰਦਰ ਵੀ ਵੱਖ-ਵੱਖ ਕਿਸਮ ਦੀਆਂ ਧਾਰਾਵਾਂ ਚੱਲਦੀਆਂ ਰਹਿੰਦੀਆਂ ਨੇ। ਅਸੀਂ ਇੱਕ ਤੇ ਉਹਦੇ ਅੰਦਰ ਆਪਣੇ ਦੇਸ਼ 'ਚ ਦੇਖੀਏ ਤਾਂ ਇੱਕ ਕਿਸਮ ਦਾ ਧਰੁਵੀਕਰਨ ਜਿਹੜਾ ਸਮਾਜ ਦੇ ਅੰਦਰ ਹੋਇਆ ਹੈ, ਜਿਵੇਂ ਯੂਪੀ ਦੇ ਵਿੱਚ ਜਿਹਨੂੰ 80-20 ਦੀ ਗੱਲ ਆਖੀ ਜਾ ਰਹੀ ਹੈ, ਔਰ ਉਹਦੇ ਅੰਦਰ ਹੀ ਉਹਨਾਂ ਨੇ ਇਹ ਕਰਕੇ ਕਿ ਜਿਹੜੀ ਕਿ ਹਿੰਦੂ ਮੁਸਲਮਾਨ ਦੇ ਹਿਸਾਬ ਦੇ ਨਾਲ ਕਿ 80% ਹਿੰਦੂ ਨੇ ਤੇ 20% ਮੁਸਲਮਾਨ ਦਾ ਜਿਹੜਾ ਇਸ਼ਾਰਾ ਕੀਤਾ ਜਾ ਰਿਹਾ ਸੀ, ਉਸੇ ਹੀ ਖੇਡ ਨੂੰ
ਸਮਾਜਵਾਦੀ ਪਾਰਟੀ ਤੇ ਉਹਦੇ ਸਹਿਯੋਗੀ ਦਲਾਂ ਨੇ ਇਹ ਆਖਿਆ ਕਿ 80% ਪਿਛੜੇ ਨੇ ਤੇ ਇਹ 20% ਕੁਝ ਖਾਸ ਅਮੀਰ ਲੋਕ ਨੇ ਜਾਂ ਉਹ ਜਾਤੀਆਂ ਨੇ ਜਿਨ੍ਹਾਂ ਦਾ ਦਬਦਬਾ ਹੈ, ਤੇ ਉਹਨਾਂ ਨੇ ਉਸੇ ਹੀ ਕੈਟੇਗਰੀ ਨੂੰ ਹੀ ਇੱਕ ਨਵੇਂ ਅਰਥ ਦੇ ਵਿੱਚ ਸਾਹਮਣੇ ਲਿਆਂਦਾ। ਔਰ ਇਹ ਇੱਕ ਰਾਜਨੀਤਿਕ ਤੌਰ ਦੇ ਉੱਪਰ ਤੁਸੀਂ ਉਸੇ ਹੀ ਮੁਹਾਵਰੇ ਦੇ ਅੰਦਰ ਕਿਵੇਂ ਗੱਲ ਕਰਦੇ ਹੋ। ਮੈਂ ਸਮਝਦਾ ਕਿ ਇਸ ਕਿਸਮ ਦਾ ਇੱਕ ਜਿਹੜਾ ਰੌਂ ਹੈ ਲੋਕਾਂ ਦਾ, ਉਹਦੇ ਮੁਤਾਬਕ ਆਪਣਾ ਰਾਜਨੀਤਿਕ ਮੁਹਾਵਰਾ ਖੜਾ ਕਰਨਾ ਇੱਥੇ ਜ਼ਰੂਰ ਇੱਕ ਕਿਸਮ ਦੀ ਰਾਜਨੀਤਿਕ ਸਕਿੱਲ ਦਾ ਸਾਨੂੰ ਪਤਾ ਲੱਗਦਾ। ਔਰ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਇਹਨੂੰ ਲੈ ਕੇ ਜਿਸ ਕਿਸਮ ਦਾ ਰਿਕਾਰਡ ਉਹਦਾ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਦੇ ਨਜ਼ਦੀਕ ਦੀ ਭਾਸ਼ਾ ਦੇ ਵਿੱਚ ਉਹਨਾਂ ਨੇ ਜਿਹੜੀ ਇੱਕ ਸਿਆਸਤ ਕਰਕੇ ਦਿਖਾਈ ਹੈ ਕਾਫੀ ਲੰਬੇ ਸਮੇਂ ਤੋਂ, ਉਹਦੀ ਉਹ ਇੱਕ ਬੜੀ ਵੱਡੀ ਪਰੰਪਰਾ ਰਹੀ ਆ। ਉਹ ਅੱਜ ਦੇ ਅਕਾਲੀ ਦਲ ਦੇ ਵਿੱਚ ਜਿਹੜੀ ਗੱਲ ਦੀ ਘਾਟ ਮਹਿਸੂਸ ਹੁੰਦੀ ਹੈ ਕਿ ਉਹ ਮੁਹਾਵਰਾ ਹੁਣ ਬਹੁਤੀ ਲੀਡਰਸ਼ਿਪ ਦੇ ਕੋਲ ਘਟਦਾ ਜਾ ਰਿਹਾ ਹੈ। ਔਰ ਇਹਦੇ ਨਾਲ ਜਿਹੜੀਆਂ ਬਾਕੀ ਦੀਆਂ ਹੋਰ ਗੱਲਾਂ ਨੇ ਕਿ ਭਗਵੰਤ ਮਾਨ ਨੇ ਜਿਹੜਾ ਇੱਕ ਮੁਹਾਵਰਾ ਖੜਾ ਕੀਤਾ ਜਿਸ ਕਿਸਮ ਦੇ ਲਹਿਜੇ ਦੇ ਵਿੱਚ ਉਹ ਆਪਣੇ ਲੋਕਾਂ ਦੇ ਨਾਲ ਜਿਵੇਂ ਕਨੈਕਟ ਕਰਦੇ ਨੇ, ਉਹਦੇ ਅੰਦਰ ਵੀ ਇੱਕ ਕਿਸਮ ਦੀ ਜਿਹੜੀ ਰਾਜਨੀਤਿਕ ਰੌਂ ਨੂੰ ਫੜਦੇ ਨੇ ਔਰ ਜਿੱਥੋਂ ਤੱਕ ਉਹ ਅਗਾਂਹ ਉਹਨੂੰ ਤੋਰਨ ਦੀ ਗੱਲ ਕਰਦੇ ਆ। ਮੈਂ ਸਮਝਦਾ ਕਿ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬੜੀ ਤਾਜ਼ਾ ਇੱਕ ਤਾਜ਼ਗੀ ਉਹਨੇ ਲੈ ਕੇ ਆਂਦੀ ਹੈ। ਔਰ ਨਵਜੋਤ ਸਿੱਧੂ ਕਹਿ ਲਈਏ ਜਾਂ ਪ੍ਰਗਟ ਸਿੰਘ ਕਹਿ ਲਈਏ ਜਾਂ ਹੋਰ, ਇਹ ਇੱਕ ਵੱਖਰੀ ਭਾਸ਼ਾ ਦੇ ਵਿੱਚ ਜਿਹੇ ਜੀ ਆਪਣੇ ਮਾਸ ਸਾਈਕੀ ਨੂੰ ਗੈਲਵਨਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਇਹ ਕਰ ਰਹੇ ਨੇ, ਉਹਦੇ ਵੀ ਹਾਨੀ ਲਾਭ ਸਾਨੂੰ ਦਿਖਾਈ ਦੇ ਰਹੇ ਨੇ। ਜਿਵੇਂ ਪ੍ਰਗਟ ਸਿੰਘ ਇੱਕ ਬਹੁਤ ਹੀ ਸਾਦਾ ਪਲੇਨ ਭਾਸ਼ਾ ਦੇ ਵਿੱਚ ਉਹ ਗੱਲ ਕਰਦੇ ਨੇ, ਠਰਮੇ ਨਾਲ ਗੱਲ ਕਰਦੇ ਆ, ਉਸ ਦੇ ਵਿੱਚ ਥੋੜੀ ਮਹੀਨ ਗੱਲ ਕੀਤੀ ਜਾ ਸਕਦੀ ਹੁੰਦੀ ਹੈ। ਸਿਮਿਲਰਲੀ ਆਪਾਂ ਜੇ ਗੌਰ ਕਰੀਏ ਤਾਂ ਕਿਸੇ ਵੇਲੇ ਬਸਪਾ ਨੇ ਇੱਕ ਭਾਸ਼ਾ ਨੂੰ ਪੰਜਾਬ ਦੇ ਅੰਦਰ ਖੜਾ ਕੀਤਾ ਸੀ ਆਪਣੀ ਲਾਮਬੰਦੀ ਦੇ ਦਿਨਾਂ ਦੇ ਵਿੱਚ। ਅੱਜ ਕੱਲ੍ਹ ਬਸਪਾ ਦੇ ਕੋਲ ਵੀ ਉਸ ਕਿਸਮ ਦਾ ਮੁਹਾਵਰਾ, ਉਸ ਤੋਂ ਅਗਾਂਹ ਉਹ ਪੰਜਾਬ ਦੇ ਨਾਲ ਇੱਕ ਕਿਸਮ ਦਾ ਆਪਣਾ ਕਨੈਕਟ ਨਹੀਂ ਬਣਾ ਪਾ ਰਹੇ। ਇਹ ਸਾਰੀਆਂ ਗੱਲਾਂ, ਇਹ ਸਾਰੇ ਰੌਂ ਚੱਲ ਰਹੇ ਨੇ। ਇਹਦੇ ਅੰਦਰ ਕਈ ਚੀਜ਼ਾਂ ਮੈਂ ਇਹ ਸਮਝਦਾ ਕਿ ਜਿਹੜੀ ਗੱਲ ਮੈਨੂੰ ਇਹਨਾਂ ਚੋਣਾਂ ਦੇ ਵਿੱਚ ਹੋਰ ਲੱਗੀ ਹੈ, ਇੱਕ ਪਾਸੇ ਤੇ ਇਹ ਗੱਲ ਆਪਾਂ ਕਹਿ ਰਹੇ ਹਾਂ ਕਿ ਔਰਤ ਉਮੀਦਵਾਰ ਘੱਟ ਨੇ, ਪਰ ਮੈਂ ਜਿਹੜੀ ਦੂਜੀ ਗੱਲ ਵੇਖ ਰਿਹਾ ਕਿ ਚਾਹੇ ਉਹ ਉਮੀਦਵਾਰਾਂ ਦੇ ਪਰਿਵਾਰ ਦੀਆਂ ਔਰਤਾਂ ਨੇ, ਉਹਨਾਂ ਦੀਆਂ ਪਤਨੀਆਂ, ਬੇਟੀਆਂ ਜਾਂ ਭੈਣਾਂ ਜਾਂ ਮਾਵਾਂ ਨੇ, ਉਹਨਾਂ ਦੀ ਗਿਣਤੀ ਬਹੁਤ ਵਧੀ ਹੈ ਪਹਿਲਾਂ ਦੇ ਨਾਲ। ਇਹਨੂੰ ਜੋ ਮਰਜ਼ੀ ਕਹੀਏ, ਔਰਤਾਂ ਦੀ ਇੱਕ ਕਿਸਮ ਦੇ ਨਾਲ, ਔਰ ਉਹਦੇ ਵਿੱਚ ਚਾਹੇ ਅੰਮ੍ਰਿਤਾ ਵੜਿੰਗ ਹੋਣ, ਚਾਹੇ ਵੀਨੂ ਬਾਦਲ ਹੋਣ, ਚਾਹੇ ਸਿਮਰਨ ਨੇ ਧੂਰੀ ਤੋਂ ਦਲਵੀਰ ਗੋਲਡੀ ਦੀ ਪਤਨੀ, ਜਾਂ ਭਗਵੰਤ ਮਾਨ ਦੇ ਪਰਿਵਾਰ ਦੀਆਂ ਔਰਤਾਂ ਨੇ, ਨਵਜੋਤ ਸਿੱਧੂ ਹੋਣ, ਉਹਨਾਂ ਦੇ ਗਨੀਪ ਕੌਰ ਲੜ ਰਹੇ ਨੇ, ਬਿਕਰਮ ਸਿੰਘ ਮਜੀਠੀਆ ਦੇ ਧਰਮ ਪਤਨੀ, ਜਾਂ ਇਹ ਹੋਰ, ਮੈਂ ਸਮਝਦਾ ਕਿ ਇਹ ਵੀ ਕਿਸੇ ਢੰਗ ਦੇ ਨਾਲ ਔਰਤਾਂ ਦੀ ਜਿਹੜੀ ਇੱਕ ਹਿੱਸੇਦਾਰੀ ਹੈ, ਜਿਹੜੀ ਇੱਕ ਗੱਲ ਹੈ ਕੈਂਪੇਨ ਦੇ ਵਿੱਚ ਉਹਨਾਂ ਦਾ ਉਤਰਨਾ। ਔਰ ਇਸ ਵਾਰ ਤੇ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਉਹਨਾਂ ਨੇ ਆਪਣੇ ਨਜ਼ਦੀਕੀ, ਉਹਨਾਂ ਦੀ ਆਪਣੇ ਪਤੀ ਦੇ ਨਾਲ ਮੁਹੱਬਤ ਦੀ ਗੱਲਬਾਤ ਨੂੰ ਵੀ ਇੱਕ ਸਿਆਸੀ ਤੌਰ ਦੇ ਉੱਤੇ ਸੁਣਿਆ ਗਿਆ ਹੈ। ਮੈਂ ਸਮਝਦਾ ਕਿ ਔਰਤ ਦੀ ਆਵਾਜ਼, ਉਹਦੀ ਇੱਕ ਆਪਣੀ ਸਪੇਸ ਤੇ ਉਹਦਾ ਅਦਬ, ਕਈ ਥਾਵਾਂ ਦੇ ਉੱਤੇ ਕੈਂਡੀਡੇਟਸ ਦਾ ਇਹ ਕਹਿਣਾ ਕਿ ਮੈਂ ਤੇ 40% ਹੈ, ਇਹ 60% ਨੇ ਜਾਂ ਇਹ ਵੱਧ ਨੇ, ਇਹ ਵੀ ਕੰਮ ਕਰ ਰਹੇ ਨੇ। ਮੈਨੂੰ ਇਹ ਲੱਗਿਆ ਕਿ ਇਹ ਵੀ ਔਰਤਾਂ ਦੀ ਇੱਕ ਜਿਹੜੀ ਕਨਸਟੀਚੁਐਂਸੀ ਹੈ ਉਹਦੇ ਅੰਦਰ ਇਸ ਗੱਲ ਦਾ ਆਉਣਾ, ਇਹ ਪਹਿਲਾਂ ਇੰਨਾ ਨਹੀਂ ਸੀ ਹੁੰਦਾ। ਸਾਡੇ ਕੋਲ ਲੈ ਦੇ ਕੇ ਰਜਿੰਦਰ ਕੌਰ ਪੱਠਲ, ਲక్ష్ਮੀਕਾਂਤਾ ਚਾਵਲਾ ਤੇ ਇੱਕ ਅੱਧੇ ਕੋਈ ਹੋਰ ਹੁੰਦੇ ਸਨ ਜਿਹੜੇ ਜਿਨ੍ਹਾਂ ਨੂੰ ਆਪਾਂ ਮਹਿਲਾ ਕੈਂਡੀਡੇਟਸ ਦੇ ਵਜੋਂ ਵੇਖਦੇ ਸਾਂ। ਇਸ ਵਾਰ ਮੈਨੂੰ ਮਹਿਲਾ ਕੈਂਪੇਨਰਸ ਦੀ ਜਿਹੜੀ ਗਿਣਤੀ ਵੱਧਦੀ ਹੋਈ ਦਿਸਦੀ ਹੈ, ਚਾਹੇ ਉਹ ਸੀਮਿਤ ਪੱਧਰ ਤੇ ਹੈ, ਇਹਦੇ ਵੀ ਇੱਕ ਆਪਣਾ ਅਸਰ ਪਾਇਆ ਹੈ। ਵੈਸੇ ਲੇਡੀਜ਼ ਜਿਹੜੀਆਂ ਪਰਿਵਾਰਕ ਔਰਤਾਂ ਹੈ, ਇਹ ਤਕਰੀਬਨ ਸਨ 77-78 ਤੋਂ ਮੈਂ ਵੇਖਦਾ ਆ ਰਿਹਾ ਕਿ ਕੈਂਪੇਨ ਕਰਦੀਆਂ ਆਪਦੇ ਪਰਿਵਾਰਾਂ ਵਾਸਤੇ, ਕਰਦੀਆਂ ਆਉਂਦੀਆਂ। ਪਰ ਜਿਵੇਂ ਕਿੱਕੀ ਢਿੱਲੋਂ ਦੇ ਵਾਈਫ ਕਰ ਰਹੇ ਨੇ, ਜਿਵੇਂ ਜਿਵੇਂ ਸਾਰਿਆਂ ਦੀਆਂ, ਸੰਦੀਪ ਸੰਧੂ ਦੇ ਵਾਈਫ ਕਰ ਰਹੇ ਸੀ, ਪ੍ਰਗਟ ਸਿੰਘ ਦੇ ਵਾਈਫ ਵੀ ਕਰ ਰਹੇ ਨੇ ਸਾਰੇ। ਇਹ ਈਵਨ 20-30 ਸਾਲ 40 ਸਾਲ ਪਹਿਲਾਂ ਵੀ ਜਾਂਦੀ ਰਹੀ, ਉਦੋਂ ਵੀ ਕਰਦੀਆਂ ਸੀਗੀਆਂ। ਉਦੋਂ ਵੀ ਚੁੰਨੀਆਂ ਵਟਾਉਣ ਦਾ, ਹੋਰਾਂ ਦਾ ਬੜਾ ਇੱਕ ਸ਼ੋਸ਼ਾ ਜਿਹਾ ਚੱਲਦਾ ਹੁੰਦਾ ਸੀ। ਤੇ ਇਹ ਪਰ ਜਿਸ ਤਰੀਕੇ ਨਾਲ ਪ੍ਰੋਐਕਟਿਵ ਹੋ ਕੇ ਉਹ ਕੈਮਰੇ ਅੱਗੇ ਆਈਆਂ, ਜਾਂ ਜਿਸ ਤਰੀਕੇ ਨਾਲ ਫੈਮਿਲੀ 'ਚ ਉਹਨਾਂ ਨੇ ਆਪਦਾ ਫੈਮਿਲੀ ਰਿਲੇਸ਼ਨਸ਼ਿਪ ਨੂੰ ਕਿਹਾ ਕਿ ਅਸੀਂ ਫੈਮਿਲੀ ਪੀਪਲ ਹੈਗੇ ਆ, ਜਾਂ ਅਸੀਂ ਪਰਿਵਾਰਕ ਲੋਕ ਹੈਗੇ ਆ, ਜਾਂ ਉਸ ਤਰੀਕੇ, ਉਹ ਜਿਹੜਾ
ਪ੍ਰੋਐਕਟਿਵਨੈਸ ਜਾਂ ਅਗਰੈਸਿਵ ਮੋਡ ਹੈਗਾ ਉਹ ਪਹਿਲੀ ਵਾਰ ਆਪਾਂ ਵੇਖਣ ਲੱਗਿਆ ਕਿ ਮੀਡੀਆ ਦੇ ਅੱਗੇ ਆਈਆਂ। ਨਹੀਂ ਤਾਂ ਕੈਂਪੇਨ ਵੇਲੇ ਤਾਂ ਔਰਤਾਂ ਤਕਰੀਬਨ ਹਰੇਕ ਪਰਿਵਾਰ ਦੀਆਂ ਔਰਤਾਂ ਕੈਂਪੇਨ ਕਰਦੀਆਂ ਰਹੀਆਂ ਆਪਦੇ, ਇਦੋਂ ਵੀ ਜ਼ਿਆਦਾ ਸੀ। ਦੂਸਰੀ ਗੱਲ ਜਿਹੜੀ ਹੁਣ ਵੇਖ ਰਹੇ ਹਾਂ ਆਪਾਂ ਕਿ ਉਦੋਂ ਕੈਂਪੇਨ ਕਰਨ ਦੇ ਬਾਵਜੂਦ ਔਰਤਾਂ ਹੀ ਨਹੀਂ ਭੁਗਤਦੀਆਂ ਹੁੰਦੀਆਂ ਸੀ ਇਲੈਕਸ਼ਨ। ਆ ਪਿਛਲੇ 15 ਕੁ ਸਾਲਾਂ ਤੋਂ ਆਪਾਂ ਵੇਖਿਆ ਕਿ ਵੀ ਜਿਹੜੀ ਪਰ ਇਹ ਆਮ ਬੈਕਗ੍ਰਾਉਂਡ ਚੋਂ ਹਨਾ, ਉਹ ਕਹਿੰਦੇ ਆ ਰਾਮਨੂਰ ਲੋਹੀਆ ਇਹ ਗੱਲ ਕਹਿੰਦੇ ਹੁੰਦੇ ਸੀਗੇ ਦਲਿਤ ਤੇ ਵੂਮਨ ਦੇ ਸਵਾਲ ਦੇ ਉੱਤੇ, ਉਹ ਬੋਲਦੇ ਵੀ ਹੁੰਦੇ ਸੀ ਕਿ ਉਹ ਜਿੰਨਾ ਮਰਜ਼ੀ ਸਭ ਕੁਝ ਆ ਜੇ ਪਰ ਜਿਹੜੀ ਆਇਡੈਂਟੀਟੀ ਵਾਲਾ ਮਸਲਾ ਉਹ ਬੜਾ ਇੰਪੋਰਟੈਂਟ ਦੂਜੇ ਤਰੀਕੇ ਨਾਲ ਡਿਫਾਈਨ ਕਰ ਦਿੰਦੀ ਸੀ ਕਿ ਚਾਹੇ ਉਹ 5 ਸਟਾਰ ਜਾਂ ਜਿੱਤੇ ਵੀ ਮਰਜ਼ੀ ਹੋਵੇ, ਪਰ ਟਰੀਟ ਕਿਵੇਂ ਹੁੰਦਾ ਹੈਗਾ ਸਾਰੀਆਂ ਗੱਲਾਂ ਦੇ ਉੱਤੇ। ਜਿਹੜਾ ਆਮ ਪਰਿਵੇਸ਼ ਚੋਂ ਆਉਣਾ ਗਾ, ਬਿਲਕੁਲ ਆਮ ਘਰਾਂ, ਜਿਵੇਂ ਉਹ ਕੁੜੀ ਬਠਿੰਡੇ ਲੜੀ ਸੀਗੀ ਇੱਕ ਆਪਣੀ, ਆਮ ਘਰਾਂ ਚੋਂ ਇੱਕ ਤਾਂ ਇਹ ਪਰਿਵਾਰਾਂ ਪ੍ਰਿਵਿਲੇਜਡ ਫੈਮਲੀਆਂ ਚੋਂ ਹਨਾ, ਪ੍ਰਿਵਿਲੇਜਡ ਫੈਮਲੀਆਂ ਚੋਂ ਆਉਣਾ ਤੇ ਖਾਸ ਤੌਰ ਤੇ ਫੈਮਿਨਿਜ਼ਮ ਨੂੰ ਲੈ ਕੇ ਲੈਫਟ ਦੇ ਅੰਦਰ ਇੱਕ ਡਿਬੇਟ ਰਹੀ ਹੈਗੀ ਕਿ ਕਿਹੜੀਆਂ ਵੂਮਨ ਆ ਰਹੀਆਂ ਨੇਗੀਆਂ, ਕਿਹੜੀ ਬੈਕਗ੍ਰਾਉਂਡ ਦੀਆਂ, ਕਿਹੜੀਆਂ ਕਲਾਸ ਦੀਆਂ ਆ ਰਹੀਆਂ ਸਮੇਲ, ਇਹਨੂੰ ਕਿਵੇਂ ਦੇਖਦੇ? ਨਹੀਂ, ਅਸਲ ਦੇ ਵਿੱਚ ਇੱਕ ਗੱਲ ਤਾਂ ਇਹ ਹੈ ਕਿ ਜਿਹੜੀਆਂ ਔਰਤਾਂ ਆ ਰਹੀਆਂ ਨੇ ਉਹਦੇ ਪਿੱਛੇ ਇੱਕ ਰੀਜਨ ਵੀ ਇਹ ਹੈ ਜਿਹੜਾ ਫੈਮਿਲੀ ਚੋਂ ਆ ਰਹੀਆਂ ਨੇ ਖਾਸ ਚੋਂ, ਕਿਉਂਕਿ ਪਿਛਲੇ ਦਿਨਾਂ 'ਚ ਪਾਰਟੀ ਸਟਰਕਚਰ ਤੇ ਪਾਰਟੀਆਂ ਦੇ ਅੰਦਰ ਬੇਭਰੋਸਗੀ ਬਹੁਤ ਵੱਡੇ ਪੱਧਰ ਤੇ ਵਧੀ ਹੈ। ਉਹਦੇ 'ਚ ਤੁਸੀਂ ਦੇਖੋਗੇ ਕਿ ਪਾਰਟੀਆਂ ਦੇ ਵਿੱਚ ਹੁਣ ਸੈਕੰਡ ਬੰਦਾ ਕੌਣ ਹੁੰਦਾ, ਹਰ ਇੱਕ ਦਾ ਕਵਰਿੰਗ ਕੈਂਡੀਡੇਟ, ਜੇ ਤਾਂ ਜਾਂ ਪਤਨੀ ਹੈ ਜਾਂ ਔਰਤ ਜਾਂ ਬਾਕੀ ਹੈ, ਇਦੋਂ ਪਹਿਲਾਂ ਪਾਰਟੀ ਦਾ ਸੈਕੰਡ ਆਦਮੀ ਬੰਦਾ ਜਾਂ ਔਰਤ ਹੁੰਦੀ ਸੀ। ਉਹਦੇ ਪਿੱਛੇ ਇਹ ਰੀਜਨ ਵੀ ਨੇ ਕੁਛ ਕਿ ਪਾਰਟੀਆਂ ਦੇ ਵਿੱਚ ਹੁਣ ਭਰੋਸਾ ਹੀ ਨਹੀਂ, ਉਹ ਟੋਟਲ ਕਮਾਨ ਆਪਣੇ ਫੈਮਿਲੀ ਮੈਂਬਰ ਨੂੰ ਦੇ ਕੇ ਪਰਿਵਾਰ ਨੂੰ, ਤੇ ਜਿੱਥੇ ਮੇਲ ਮੈਂਬਰ ਉਹਨਾਂ ਦੇ ਕਿਸੇ ਪਰਿਵਾਰ ਚ ਹੁੰਨੇ ਨੇ ਪਹਿਲਾਂ ਉਹ ਮੇਲ ਮੈਂਬਰ ਨੂੰ ਹੀ ਸਿਲੈਕਟ ਕਰਦਾ, ਜਿੱਥੇ ਉਹ ਨਹੀਂ ਹੈ ਫਿਰ ਉਸ ਤੋਂ ਬਾਅਦ ਔਰਤਾਂ ਦੀ ਨੰਬਰ ਆਉਂਦਾ। ਤੇ ਇੱਕ ਤੋਂ ਬਾਅਦ ਅਗਲੀ ਗੱਲ ਇਹ ਹੈ ਕਿ ਜਿਹੜਾ ਹੁਣ ਐਮਐਲਏ ਬਣ ਗਿਆ ਜਾਂ ਮੰਤਰੀ ਬਣ ਗਿਆ, ਉਹਨੇ ਆਪ ਕਰਨੇ ਨੇ ਹੋਰ ਕੰਮ, ਹਲਕਾ ਸੰਭਾਲ ਰੱਖਿਆ ਆਪਣੀਆਂ ਜਾਂ ਜ਼ਿਆਦਾ ਪਤਨੀਆਂ ਨੂੰ, ਜਾਂ ਕਈ ਪਤਨੀਆਂ ਚਰਚਾ 'ਚ ਵੀ ਨੇ ਉਸੇ ਗੱਲ ਦੇ ਵਿੱਚ ਆ ਕੇ ਕਿ ਉਹਨਾਂ ਨੇ ਕੀ ਕੀਤਾ, ਕਿਵੇਂ ਕੀਤਾ। ਪਹਿਲਾਂ ਤਾਂ ਦੂਜਾ ਫੈਮਿਲੀਜ਼ ਹੁੰਦੀਆਂ ਸੀ, ਭਰਾ ਕਰਦੇ ਹੁੰਦੇ ਸੀ ਇਹ ਕੰਮ, ਹੁਣ ਉਹ ਉੱਥੇ ਵੀ ਵਿਸ਼ਵਾਸ ਖਤਮ ਹੋ ਗਿਆ। ਵਾਈਫ ਤੱਕ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਪਾਰਟੀਆਂ ਦੀਆਂ ਅੰਦਰੂਨੀ ਸਟਰਕਚਰ ਸੀ, ਪਾਰਟੀਆਂ 'ਚ ਜਵਾਬਦੇਹੀ ਸੀ, ਪਾਰਟੀਆਂ ਦੇ ਕਾਰਕੁਨਾਂ ਨੂੰ ਰਾਈਟ ਸੀ ਪਾਰਟੀਆਂ ਦੇ ਅੰਦਰ, ਉਹ ਰਿਡਿਊਸ ਹੋਣਾ, ਉਹ ਘਟਣੇ ਦੇ ਰੂਪ ਦੇ ਵਿੱਚ ਦੇਖਿਆ ਜਾਣਾ ਚਾਹੀਦਾ। ਤੇ ਹਾਂ, ਇਸ ਤੋਂ ਬਾਅਦ ਇੱਕ ਜਨਰਲ ਜਿਹੜੀ ਗੱਲ ਹੈ ਕਿ ਔਰਤਾਂ ਕਿਸ ਰੂਪ 'ਚ ਆ ਰਹੀਆਂ ਨੇ, ਔਰਤਾਂ ਉਸ ਰੂਪ ਦੇ ਵਿੱਚ ਜਦੋਂ ਵਧਣ ਲੱਗ ਗਈਆਂ, ਜਦੋਂ ਤੋਂ ਆਹ ਪ੍ਰੋਜੈਕਟ ਚੱਲੇ ਨੇ, ਮੰਨ ਲਓ ਆਂਗਣਵਾੜੀ ਪ੍ਰੋਜੈਕਟ ਚੱਲ ਰਿਹਾ, ਲਗਭਗ 70,000 ਔਰਤਾਂ ਆਂਗਣਵਾੜੀ ਵਰਕਰ ਹੈਲਪਰ, ਕਿਉਂਕਿ ਉਹ ਟੋਟਲ ਔਰਤਾਂ ਨੇ, ਉਹ ਚੋਂ ਲੀਡਰਸ਼ਿਪ ਵੀ ਮਰਜ ਹੋਈ ਆ, ਉਹਨਾਂ ਨੇ ਜਥੇਬੰਦੀਆਂ ਵੀ ਬਣਾਈਆਂ ਨੇ। ਫਿਰ ਮਿਡ ਡੇ ਮੀਲ ਕੁੱਕ ਹੋ ਗਿਆ, 43,000 ਬੀਪੀ ਹੈ ਜਿਹੜੀ ਦੁਪਹਿਰ ਦੇ ਭੋਜਨ ਬਣਾਉਂਦੀ ਹੈ, ਤੇ ਉਹ 1500 ਤੇ ਕੰਮ ਕਰਦੇ, ਜਦੋਂ ਵੱਡੀਆਂ ਵੱਡੀਆਂ ਰੈਲੀਆਂ ਕਰਦੀਆਂ ਨੇ ਉਹਦੇ ਚੋਂ ਲੀਡਰਸ਼ਿਪ ਮਰਜ ਕਰਦੀ ਹੈ ਆ ਕੇ। ਫਿਰ ਲਗਭਗ 26-27,000 ਦੇ ਕਰੀਬ ਆਸ਼ਾ ਵਰਕਰ ਹੈ ਜਿਹੜੀਆਂ ਉਸ ਨੂੰ ਜਨਤਕ ਖੇਤਰ ਦੇ ਵਿੱਚ ਆਉਂਦੀਆਂ ਨੇ, ਨਾਰਮਲ ਪਰਿਵਾਰਾਂ ਦੇ ਵਿੱਚੋਂ ਉਸ ਪੱਧਰ ਤੇ। ਹਾਂ, ਜਿਹੜੇ ਕੁਝ ਨਾਰਮਲ ਪਰਿਵਾਰਾਂ ਦੇ ਵਿੱਚੋਂ ਕੁਝ ਨੂੰ ਟਿਕਟਾਂ ਮਿਲੀਆਂ ਵੀ, ਪਿਛਲੇ ਵਾਰ ਵੀ ਆਪ ਚੋਂ ਵੀ ਕਈ ਨਾਰਮਲ ਪਰਿਵਾਰ ਸੀ ਜਿਹੜੀਆਂ ਔਰਤਾਂ ਨੂੰ ਵੀ ਟਿਕਟਾਂ ਮਿਲੀਆਂ, ਜਿਵੇਂ ਰੂਪੀ ਵਗੈਰਾ, ਉਹ ਸਧਾਰਨ ਮਿਡਲ ਕਲਾਸ ਫੈਮਿਲੀ ਸੀ। ਐਤਕੀ ਸਮਾਜ ਮੋਰਚੇ ਵੱਲੋਂ ਵੀ ਕਈ ਨਾਰਮਲ ਬੀਬੀਆਂ ਨੂੰ ਟਿਕਟਾਂ ਮਿਲੀਆਂ ਨੇ ਜਿਹੜੇ ਆਮ ਪਰਿਵਾਰਾਂ ਦੇ ਵਿੱਚ ਨੇ, ਔਰ ਉਹ ਕੁੜੀ ਮੁਕਤਸਰ ਦੇ ਵਿੱਚ ਹੈ। ਤੇ ਇਸੇ ਤਰ੍ਹਾਂ ਈਵਨ ਬੱਸੀ ਪਠਾਣਾ ਤੋਂ ਵੀ ਚੋਣ ਲੜ ਰਹੀ ਹੈ ਇੱਥੇ, ਉਹ ਡਾਕਟਰ ਹੈ ਪਰ ਇੱਥੇ ਹੀ ਮੁਲਾਜ਼ਮ ਸੀ, ਉਹਨਾਂ ਦੇ ਪਿਤਾ ਜੀ ਕਿਤੇ ਇੱਥੇ ਮੁਲਾਜ਼ਮ ਸੀ ਬੋਰਡ ਦੇ ਵਿੱਚ, ਔਰ ਡਿਫਰੈਂਟ ਜਗ੍ਹਾ ਜਿਹੜੀਆਂ ਮਿਲੀਆਂ ਨੇ। ਕੁਝ ਆਪ 'ਚ ਵੀ, ਜਿਵੇਂ ਆਪ 'ਚ ਚਾਹੇ ਘੱਟ ਨੇ, ਜਿਵੇਂ ਨਰਿੰਦਰ ਕੌਰ ਭਰਾਜ ਨੂੰ ਮਿਲੀ ਹੈ, ਉਹ ਬਿਲਕੁਲ ਆਮ ਸਧਾਰਨ ਘਰ ਦੀ ਕੁੜੀ ਹੈ, ਕੱਲੀ ਕੁੜੀ, ਪਰ ਉਹਨੇ ਆਪਣੇ ਦਮ ਤੇ ਕੰਮ ਕੀਤਾ। ਉਹ ਬਹੁਤ ਛੋਟੀ ਉਮਰ 'ਚ ਬੈਠ ਗਈ ਉਹਦੇ ਤੇ ਆ ਕੇ ਚੋਣ, ਪਰ ਉਸ ਤੋਂ ਬਾਅਦ ਉਹ ਪਿੱਛੇ ਨਹੀਂ ਹਟੀ, ਕੰਟੀਨਿਊ ਕੰਮ ਉਸ ਲੈਵਲ ਤੇ। ਔਰ ਇੱਕ ਗੱਲ ਮੈਨੂੰ ਉਹਦੇ 'ਚ ਦਿਖਾਈ ਵੀ ਦੇ ਰਿਹਾ ਕਿ ਕਿਵੇਂ ਅਸੀਂ ਟਰੀਟ ਕਰਦੇ ਹਾਂ। ਇੱਕ ਵੀ ਆਮ ਆਦਮੀ ਪਾਰਟੀ ਦਾ ਵੱਡਾ ਲੀਡਰ ਉਹਦੇ ਹਲਕੇ 'ਚ ਕੰਪੇਨ ਕਰਨ ਨਹੀਂ ਗਿਆ। ਭਗਵੰਤ ਮਾਨ ਗਏ ਨੇ, ਭਗਵੰਤ ਮਾਨ ਇੱਕ ਦਿਨ 9 ਵਜੇ ਕਈ ਵਾਰ ਮਗਵਾਲ ਪਿੰਡ 'ਚ 10 ਮਿੰਟ ਲਈ ਰੁਕ ਗਿਆ, ਰਾਤ ਨੂੰ 9 ਵਜੇ। ਇਹ ਕੰਪੇਨ ਕਰਨਾ ਨਹੀਂ ਹੁੰਦਾ, ਕੰਪੇਨ ਹੁੰਦੀਆਂ ਨੇ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਨੇ। ਮੈਨੂੰ ਇਹ ਲੱਗਦਾ ਹੁੰਦਾ ਕਿ ਔਰਤਾਂ ਨਾਲ ਜਿਹੜਾ ਉਹ ਸਿਸਟਮ ਵੀ ਆ, ਉਹ ਮੈਨੇਜਮੈਂਟ ਹੈ, ਉਹ ਤੁਹਾਨੂੰ ਵਿਜ਼ੀਬਲੀ ਦਿਖਾਈ ਦਿੰਦੀ ਹੈ ਜਿਹੜੀਆਂ ਚੀਜ਼ਾਂ 'ਚ। ਔਰ ਜਿਹੜੇ ਬੰਦਿਆਂ ਕੋਲ ਤੁਹਾਡੇ ਕੋਲ ਤੁਹਾਨੂੰ ਉੱਪਰੋਂ ਹਦਾਇਤ ਕਰਾਉਣ ਦੀ ਪੋਜੀਸ਼ਨ ਹੈ, ਮੇਰੇ ਜ਼ਰੂਰ ਆਓ, ਮੇਰੇ ਜ਼ਰੂਰ ਆਓ। ਤੁਸੀਂ ਧੂਰੀ ਕਿੰਨੇ ਵਾਰ ਗਏ ਹੋ, ਤੁਸੀਂ ਨਾਲ ਲੱਗਦੇ ਦਿੜਬੇ ਸੀਟ 'ਚ ਕਿੰਨੇ ਵਾਰ ਗਏ, ਤੁਸੀਂ ਨਾਭੇ ਕਿੰਨੇ, ਤੁਸੀਂ ਪਟਿਆਲੇ, ਪੁਣੀ ਪਈ ਯਾਰ ਭਗਵੰਤ ਮਾਨ ਨੇ ਚਾਰੇ ਪਾਸੇ, ਤਾਂ ਉਹ ਕਿਵੇਂ ਛੱਡਤਾ ਜੀ? ਉਹ ਤਾਂ ਬਾਕੀ ਜਾਂ ਫਿਰ ਉਹਦੇ 'ਚ ਇਹ ਹੈ ਕਿ ਭਗਵੰਤ ਪਾਰਟੀ ਵੀ ਡਿਸਾਈਡ ਕਰ ਸਕਦੀ ਸਾਡੀ ਸੀਟ ਸਟਰੋਂਗ, ਮੰਨ ਲਓ ਪਾਰਟੀ ਨੂੰ ਲੱਗਦਾ ਸਾਡੀ ਸਟਰੋਂਗ ਹੈ ਸੀਟ, ਜਦੋਂ ਪਾਰਟੀ ਤੈਅ ਕਰੂਗੀ ਨਾ, ਆਪਾਂ ਤੈਅ ਕਰ ਨਹੀਂ ਸਕਦੇ। ਮੈਨੂੰ ਇਹ ਲੱਗਦਾ ਕਿ ਪਾਰਟੀ ਹੋ ਸਕਦਾ ਵੀ ਭਾਈ ਜਿੱਤੀ ਰਹੇ ਆ, ਮੰਨ ਲਓ ਹੋ ਸਕਦਾ, ਫਿਰ ਇਹਦਾ ਮਤਲਬ ਬਾਕੀ ਸੀਟਾਂ ਸਾਰੀਆਂ ਹਾਰੀਆਂ ਵੀ ਮਹਿਸੂਸ ਕਰਦੀ ਆ ਪਾਰਟੀ। ਜੇ ਤਾਂ ਇਹ ਲੌਜਿਕ ਦੇਣਾ ਹੈ, ਫਿਰ ਤਾਂ ਬਾਕੀ ਜਿੰਨੀਆਂ ਸੀਟਾਂ ਨੇ ਫਿਰ ਹਾਰੀਆਂ ਹੋ ਜਾਣੇ, ਤੁਸੀਂ ਜਾ ਰਹੇ ਹੋ ਜਿੱਥੇ। ਨਹੀਂ, ਇਹ
ਸਟੇਟਮੈਂਟ ਉਹਨੇ ਕਹਾਈ ਆ ਤੁਹਾਡੇ ਨਾ 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 ਮੈਂ ਨਹੀਂ ਮੈਂ ਭਾਈ ਮੈਂ ਤਾਂ ਪੁੱਛਣਾ ਹੀ ਆ ਹਾਲੇ। ਮੈਂ ਇੱਕ ਗੱਲ ਇਹ ਕਰ ਰਿਹਾ ਨਾ, ਪਰ ਉਹਦੇ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਹੈ, ਤੇ ਉਹ ਤਾਂ ਹੈ ਵੀ ਭਗਵੰਤ ਮਾਨ ਤੇ ਲਈ ਉਹ ਕੁੜੀ ਪਾਰਟੀ ਦੇ ਵਿੱਚ ਵੀ ਮੰਨੀ ਜਾਂਦੀ ਹੈ ਕਿ ਉਹ ਭਗਵੰਤ ਮਾਨ ਦੇ ਨਾਲ ਹੀ ਖੜੀ, ਉਹਦੇ ਨਾਲ ਹੀ ਪੈਦਾ ਹੋਈ, ਉਹ ਸਾਰਾ ਕੁਝ ਹੋਇਆ। ਮੈਨੂੰ ਇਹ ਲੱਗਦਾ ਉਹਦੇ ਚੋਂ ਵੀ ਕਿ ਉੱਪਰ ਪਾਰਟੀ ਸਟਰਕਚਰ ਜਿਹੜਾ ਬਹੁਤ ਕੰਟਰੋਲਡ ਸਟਰਕਚਰ ਹੈ ਨਾ, ਉੱਥੇ ਉਹ ਟੌਪ ਬੰਦੇ ਦੀ ਵੀ ਨਹੀਂ ਚੱਲਦੀ ਬਹੁਤੀ ਵਾਰੀ। ਟੌਪ ਤੋਂ ਟੌਪ ਬੈਠਾ ਹੁੰਦਾ ਜਿੱਥੇ ਹਾਈ ਕਮਾਂਡ ਕਲਚਰ, ਉਹਦੇ ਪਿੱਛੇ ਜਦੋਂ ਆਈ ਗੱਲ ਸਾਹਮਣੇ ਆ ਜਾਏਗੀ, ਜਦੋਂ ਇਸ ਤੋਂ ਬਾਅਦ ਨਿਕਲ ਕੇ ਸਾਹਮਣੇ ਆਏਗੀ, ਕੋਈ ਨਾ ਕੋਈ ਚੀਜ਼ਾਂ ਹੋਣਗੀਆਂ। ਕੀ ਐਂਟੀ ਵੂਮਨ ਨੇ ਸਾਡੀਆਂ ਪੋਲੀਟੀਕਲ ਪਾਰਟੀਆਂ ਹੈ, ਮੇਰੇ ਚ ਕੋਈ ਸ਼ੱਕ ਹੀ ਨਹੀਂ ਯਾਰ ਇਹਦੇ ਚ ਤਾਂ। ਐਂਟੀ ਵੂਮਨ ਤਾਂ ਨਹੀਂ ਕਹਿ ਸਕਦੇ, ਪਰ ਪੈਟਰੈਸ਼ੀਅਲ ਹੈਗੀ ਹੈ, ਸੋਚ ਹੀ ਉਵੇਂ ਹੈ ਜਿਵੇਂ ਕਹਿੰਦੇ ਜਿਹੜਾ ਪੈਟਰੀਆਰਕੀ ਦਾ ਇੱਕ ਸਾਡੇ ਸਾਹਮਣੇ ਇੱਕ ਸਾਡਾ ਲਹਿਜਾ ਹੈ, ਔਰ ਜਿਹੜੀਆਂ ਸਾਡੀਆਂ ਗਾਲਾਂ ਨੇ, ਜਿਵੇਂ ਅਸੀਂ ਵਿਧਾਨ ਸਭਾ ਦੇ ਵਿੱਚ ਦੇਖਦੇ ਹਾਂ, ਜੋ ਸਾਡੀ ਸ਼ਬਦਾਵਲੀ ਹੈ, ਉਹ ਸਾਰੀ ਤਾਂ ਉਧਰ ਨੂੰ ਜਾਂਦੀ ਹੋਇਆ ਨਾ, ਉਸ ਪਾਸੇ ਵੱਲ। ਦੇਖੋ ਉਹਦੇ ਵਿੱਚ ਇਹ ਵੀ ਹੈ ਕਿ ਜਿੱਥੇ ਔਰਤਾਂ ਦੀ ਗੱਲ ਆਂਗਨਵਾੜੀ ਵਰਕਰਾਂ ਹੋਣ, ਆਸ਼ਾ ਵਰਕਰਾਂ ਹੋਣ, ਮਿਡ ਡੇ ਮੀਲ ਕੁਕਸ ਹੋਣ, ਉਹਨਾਂ ਨੇ ਕਿਉਂਕਿ ਆਪਣੇ ਤੌਰ ਦੇ ਉੱਤੇ ਉਹ ਚੋਣ ਅਖਾੜੇ ਦੇ ਵਿੱਚ ਨਹੀਂ ਹੈਗੇ, ਤਾਂ ਅਸੀਂ ਕੱਲੀ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਉਹਨਾਂ ਨੇ ਹੋਰ ਥਾਵਾਂ ਮੱਲੀਆਂ ਹੋਈਆਂ ਨੇ, ਉੱਥੇ ਉਹਨਾਂ ਦੀ ਲੀਡਰਸ਼ਿਪ ਸਾਹਮਣੇ ਹੈ, ਉਹਨਾਂ ਦੇ ਗੁਣ ਵੀ ਸਾਡੇ ਸਾਹਮਣੇ ਨੇ। ਹੁਣ ਉਹ ਇਸ ਅਖਾੜੇ ਦੇ ਵਿੱਚ ਜਦੋਂ ਉਹ ਆਪ ਨਹੀਂ ਹੈਗੇ, ਇਹਦਾ ਵੀ ਦੋਸ਼ ਹੁਣ ਹੋਰ ਕਿਸ ਨੂੰ ਦਿੱਤਾ ਜਾ ਸਕਦਾ ਹੈ? ਇੱਕ ਗੱਲ ਇਸ ਇੱਕ ਸਵਾਲ ਨੂੰ ਇਹਨਾਂ ਜਥੇਬੰਦੀਆਂ ਨੂੰ ਗੰਭੀਰਤਾ ਦੇ ਨਾਲ ਉਠਾਉਣ ਦੀ, ਵੇਖਣ ਦੀ ਲੋੜ ਹੈ। ਪੰਜਾਬੀ ਸਮਾਜ ਦੀ ਨਾ ਜੋ ਸੰਰਚਨਾ ਹੈ, ਉਹਦੇ ਅੰਦਰ ਸਾਰਾ ਕੁਝ ਇੰਨਾ ਸੁਖਾਵਾਂ ਨਹੀਂ ਹੈ, ਉਹਦੇ 'ਚ ਕਈ ਪਾਸਿਓਂ ਧੁੱਸ ਦੇਣੀ ਪੈਣੀ। ਔਰ ਮੈਨੂੰ ਜਿਹੜੀ ਦੂਜੀ ਗੱਲ ਲੱਗਦੀ ਹੈ ਕਿ ਜਿਵੇਂ ਜ਼ਿਕਰ ਹੋਇਆ ਅਨੁਰੂਪ ਕੌਰ ਸੰਧੂ ਹੁਣਾਂ ਦਾ, ਉਹ ਆਪਣੀ ਨੌਕਰੀ ਛੱਡ ਕੇ ਕੁਆਲੀਟੇਟਿਵਲੀ ਉਹਨਾਂ ਨੇ ਕਿਸਾਨ ਮੋਰਚੇ ਦੇ ਵਿੱਚ ਵੀ ਜਿਵੇਂ ਕੰਟਰੀਬਿਊਟ ਕੀਤਾ, ਤੇ ਉਹ ਇੱਥੇ ਕੈਂਡੀਡੇਟ ਬਣੇ ਤੁਹਾਡੇ ਵਾਲੇ ਕਾਲਜ 'ਚ ਪੜਾਉਂਦੇ ਸ਼ਾਇਦ ਨਾ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਵਿੱਚ ਅੰਗਰੇਜ਼ੀ, ਮੈਂ ਉੱਥੇ ਇਤਿਹਾਸ ਪੜ੍ਹਾਇਆ ਜੀ, ਉਹ ਉੱਥੇ ਅੰਗਰੇਜ਼ੀ ਪੜਾਉਂਦੇ ਨੇ। ਨਰਿੰਦਰ ਕੌਰ ਭਰਾਜ ਮੈਂ ਸਮਝਦਾ ਕਿ ਬਹੁਤ ਹੀ ਇੱਕ ਉਤਸ਼ਾਹਵਰਧਕ ਇੱਕ ਚੋਣ ਵੀ ਹੈ, ਔਰ ਉਹਨਾਂ ਦਾ ਜੋ ਆਪਣਾ ਇੱਕ ਸਿਆਸੀ ਅਨੁਭਵ ਹੈ। ਔਰ ਇਸ ਕਿਸਮ ਦੀਆਂ ਡਾਕਟਰ ਬਲਜੀਤ ਕੌਰ ਵੀ ਨੇ ਆਮ ਆਦਮੀ ਪਾਰਟੀ ਵੱਲੋਂ ਮਲੋਟ ਹਲਕੇ ਤੋਂ, ਸਾਧੂ ਸਿੰਘ ਦੇ ਬੇਟੀ ਨੇ ਜਿਹੜੇ। ਔਰ ਇਹ ਸ਼ੁਭ ਸ਼ਗਨ ਹੈ ਕਿ ਜਿਹੜੀਆਂ ਪ੍ਰੋਫੈਸ਼ਨਲੀ ਕੁਆਲੀਫਾਈਡ ਨੇ, ਪੜ੍ਹੀਆਂ ਲਿਖੀਆਂ ਨੇ, ਜਿਨ੍ਹਾਂ ਨੂੰ ਸਿਆਸੀ ਸਰਗਰਮੀ ਦਾ ਹੇਠਲੇ ਪੱਧਰ ਤੋਂ ਅਨੁਭਵ ਹੈ, ਜਿਨ੍ਹਾਂ ਨੇ ਅੰਦੋਲਨਾਂ ਦੇ ਵਿੱਚੋਂ ਆਈਆਂ ਨੇ, ਇਹਨਾਂ ਨੇ ਬੜੀਆਂ ਮੁਸ਼ਕਿਲ ਸੀਟਾਂ ਦੇ ਉੱਤੇ ਬੜੀ ਗੱਲਬਾਤ ਦੇ ਵਿੱਚ ਇਹ ਆਪਣੇ ਆਪ ਨੂੰ ਜਿਵੇਂ ਦਰਜ ਕਰਵਾ ਰਹੀਆਂ ਨੇ। ਇਹ ਛੋਟੀ ਹੋਵੇ, ਚਾਹੇ ਉਹਨਾਂ ਨੂੰ ਚਾਹੇ ਵੋਟਾਂ ਵੀ ਘੱਟ ਪੈ ਜਾਣ, ਵੱਧ ਪੈ ਜਾਣ, ਜਿੱਤ ਜਾਣ, ਹਾਰ ਜਾਣ, ਉਹ ਬਿਲਕੁਲ ਬਾਅਦ ਦੀ ਗੱਲ ਹੈ। ਉਹਨਾਂ ਨੇ ਪੰਜਾਬ ਦੇ ਇਸ ਸਿਆਸੀ ਅਖਾੜੇ ਦੇ ਵਿੱਚ ਆਪਣੇ ਆਪ ਨੂੰ ਦਰਜ ਕਰਵਾਇਆ ਹੈ। ਇਸ ਗੱਲ ਦੇ ਵਿੱਚ ਮੈਂ ਸਮਝਦਾ ਕਿ ਸਾਨੂੰ ਇਹਦਾ ਤੇ ਖੁਸ਼ ਵੀ ਹੋਣਾ ਚਾਹੀਦਾ। ਮੈਂ ਕਾਫੀ ਜੇ ਕੁਝ ਉਤਸ਼ਾਹਵਰਧਕ ਮੋਨਿਕਾ ਕੁਮਾਰ ਨੂੰ ਤੁਸੀਂ ਜਾਣਦੇ ਹੋ, ਤੁਹਾਡੇ ਪ੍ਰੋਗਰਾਮਾਂ ਤੇ ਵੀ ਆਉਂਦੇ ਨੇ, ਉਹ ਬਹੁਤ ਜ਼ਿਆਦਾ ਇਸ ਗੱਲ ਦੇ ਲੋਚਕ ਨੇ ਕਿ ਦੇਖੋ ਸਾਰੀਆਂ ਪਾਰਟੀਆਂ ਦੇ ਕਿੰਨੇ ਉਹਨਾਂ ਨੇ ਪੋਸਟਾਂ ਵੀ ਲਿਖੀਆਂ ਪਿਛਲੇ ਦਿਨਾਂ 'ਚ ਮੋਨਿਕਾ ਕੁਮਾਰ ਨੇ। ਉਹ ਆਪਾਂ ਕ੍ਰਿਟਿਸਿਜ਼ਮ ਸਾਰਿਆਂ ਦਾ ਹੀ ਹੈ ਕਿ ਬਹੁਤ ਘੱਟ ਇਸ ਵਾਰ ਤੇ ਔਰਤਾਂ ਕੈਂਡੀਡੇਟਸ ਦੀ ਜਿਹੜੀ ਗਿਣਤੀ ਹੈ ਉਹ ਘੱਟ ਹੈਗੀ ਹੈ। ਮੈਂ ਇਹ ਕਹਿ ਰਿਹਾ ਕਿ ਜਦੋਂ ਵੱਧ ਵੀ ਹੁੰਦੀ ਸੀ ਤਾਂ ਉਹਨਾਂ ਔਰਤਾਂ ਦੀ ਆਵਾਜ਼ ਕਿੰਨੀ ਕੁ ਸੀ, ਉਹਨਾਂ ਦੀ ਆਪਣੀ ਹਿੱਸੇਦਾਰੀ ਜਾਂ ਡਿਬੇਟਸ ਦੇ ਵਿੱਚ ਉਹਨਾਂ ਦੀ ਸਰਗਰਮੀ ਕਿੰਨੀ ਕੁ ਸੀ। ਇਹ ਚਾਹੇ ਹੁਣ ਗਿਣਤੀ ਦੇ ਵਿੱਚ ਘੱਟ ਨੇ, ਪਰ ਜਿਹੜੀਆਂ ਹਨ, ਸਾਨੂੰ ਉਹਨਾਂ ਦੇ ਬਾਰੇ ਜਾਂ ਗੱਲ ਕਿ ਉਹਨਾਂ ਦੇ ਨਾਲ ਕਿਹੜੀ ਤਸਵੀਰ ਉੱਭਰਦੀ ਹੈ, ਇਹ ਅਗਾਂਹ ਜਾ ਕੇ ਕਿਵੇਂ ਲੜਾਈ ਨੂੰ ਅਗਾਂਹ ਲਿਜਾਣਗੀਆਂ, ਕਿੰਨਾ ਪਿੜ ਮੋਕਲਾ ਹੋਏਗਾ। ਮੈਨੂੰ ਲੱਗਦਾ ਕਿ ਉਹ ਪਿੰਡਾਂ ਦੇ ਵਿੱਚ ਜਿਵੇਂ ਮੱਥਾ ਮਾਰ ਰਹੀਆਂ ਨੇ, ਜਿਵੇਂ ਉਹ ਜਾ ਰਹੇ ਹੋਣਗੇ, ਜੋ ਉੱਥੇ ਉਹਨਾਂ ਦਾ ਅਨੁਭਵ ਵਿਸ਼ਾਲ ਹੋ ਰਿਹਾ ਹੋਏਗਾ, ਉਹ ਜ਼ਰੂਰੀ ਨਹੀਂ ਕਿ ਬਹੁਤਾ ਲਿਖਣ ਪੜ੍ਹਨ ਵਾਲਿਆਂ ਦਾ ਅਨੁਭਵ ਓਡਾ ਵੱਡਾ ਹੋਵੇ। ਸਮਝਦਾਰੀ ਵੱਧ ਘੱਟ ਹੋ ਸਕਦੀ ਹੈ, ਉਹ ਵੀ ਇੱਕ ਰੂਟ ਹੈ, ਉਹ ਵੀ ਇੱਕ ਸਿੱਖਿਆ ਹੈ। ਔਰ ਮੈਂ ਸਮਝਦਾ ਕਿ ਸਾਡੇ ਪੜ੍ਹੇ ਲਿਖੇ ਤਬਕੇ ਨੂੰ ਸਾਡੇ ਪਿੰਡਾਂ ਦੇ ਨਾਲ ਜ਼ਿਆਦਾ ਜੁੜਨਾ ਚਾਹੀਦਾ ਹੈ। ਉਹਦੇ ਬਾਰੇ ਸਿਰਫ ਬਣੀਆਂ ਬਣਾਈਆਂ ਧਾਰਨਾਵਾਂ ਨੂੰ ਹੀ ਰੀਸਾਈਕਲ ਨਹੀਂ ਕਰਦੇ ਰਹਿਣਾ ਚਾਹੀਦਾ। ਉਹਦੇ ਅੰਦਰ ਵੀ ਬਹੁਤ ਕੁਝ ਨਵਾਂ ਵਾਪਰ ਰਿਹਾ ਹੈ। ਔਰ ਮੈਂ ਸਮਝਦਾ ਕਿ ਇਹ ਲੜਕੀਆਂ, ਇਹ ਔਰਤਾਂ ਆਪਣੇ ਆਪ ਨੂੰ ਦਰਜ ਕਰਵਾਉਣਗੀਆਂ ਪੰਜਾਬ ਦੇ ਸਿਆਸੀ ਸਫ਼ਰ ਦੇ ਵਿੱਚ। ਮੈਂ ਇਸ ਗੱਲ ਨੂੰ ਲੈ ਕੇ ਬਹੁਤ ਸਵਾਗਤ ਵੀ ਕਰਦਾ, ਔਰ ਮੈਂ ਇਸ ਗੱਲ ਨੂੰ ਲੈ ਕੇ ਮੇਰੇ ਅੰਦਰ ਇੱਕ ਜੈਨੂਇਨ ਉਤਸ਼ਾਹ। ਕਿਸਾਨ ਅੰਦੋਲਨ 'ਚ ਵੀ ਔਰਤਾਂ ਦੀ ਬੜੀ ਵੱਡੀ ਪਾਰਟਿਸਿਪੇਸ਼ਨ, ਤੁਹਾਨੂੰ ਲੱਗਦਾ ਵੋਟਿੰਗ ਪਰਸੈਂਟੇਜ ਵੀ ਫਿਰ ਐਤਕੀ ਬੀਬੀਆਂ ਦੀ ਵੱਧ ਸਕਦੀ ਹੈਗੀ ਪੰਜਾਬ 'ਚ? ਨਹੀਂ, ਵੋਟਿੰਗ ਪਰਸੈਂਟ ਤਾਂ 17 ਚ ਵੀ ਜ਼ਿਆਦਾ ਸੀ, ਉਦੋਂ ਜ਼ਿਆਦਾ, ਹੋਰ ਵੀ ਜ਼ਿਆਦਾ ਪਰਸੈਂਟੇਜ, ਜਿੰਨੀ ਪਰਸੈਂਟੇਜ ਉਹਨਾਂ ਦੀ ਆ ਉਹਦੇ ਲਿਹਾਜ਼ ਦੇ ਨਾਲ ਕੰਪੈਰੇਟਿਵਲੀ ਵਧੂਗੀ। ਜਿੰਨਾ ਉਹ ਉਤਸ਼ਾਹਤ ਰਹੀਆਂ, ਜਿੰਨਾ ਉਹਨਾਂ ਨੂੰ ਬਾਹਰ ਆਉਣ ਦਾ ਮੌਕਾ ਮਿਲਿਆ, ਜਿਸ ਲੈਵਲ ਤੇ ਉਹ ਕੰਮ ਕਰਦੀਆਂ ਨੇ, ਬਿਲਕੁਲ ਵਧੂਗੀ ਵੋਟ ਪਰਸੈਂਟੇਜ, ਉਹ 'ਚ ਤਾਂ ਕੋਈ ਦੋ ਰਾਵਾਂ ਨਹੀਂ। ਪਰ ਇੱਕ ਜਨਰਲ ਟ੍ਰੈਂਡ ਹੈ ਸਾਡੇ, ਜਿਵੇਂ ਆਪਾਂ ਇਕੱਲਾ ਇਲੈਕਟੋਰਲ ਡੈਮੋਕ੍ਰੇਸੀ 'ਚ ਗੱਲ ਨਹੀਂ ਕਰਦੇ, ਸਾਡੇ ਨਾਲ ਇੱਕ ਜਨਰਲ ਟ੍ਰੈਂਡ ਹੈ, ਜਥੇਬੰਦੀਆਂ ਹੋਣ, ਪਾਰਟੀਆਂ ਹੋਣ, ਕਲੱਬ ਹੋਣ, ਕੋਈ ਵੀ ਹੋਵੇ,
ਉਹ ਸਾਰਿਆਂ ਦੇ ਵਿੱਚ ਹੀ ਕਿਤੇ ਸਪੇਸ ਨਹੀਂ ਨਾਰਮਲੀ ਸਾਡੇ ਮਿਲ ਰਹੀ ਨਾ। ਹੁਣ ਜੇ 32 ਲੀਟਰ ਬਿਲਕੁਲ ਜਾਣ ਕੇ ਜੇ 32 ਲੀਟਰ ਗੱਲਬਾਤ ਕਰਨ ਚ ਜਾਂਦੇ ਸੀ, ਇਹ 4 ਬੀਬੀਆਂ ਵੀ ਲੈ ਜਾ ਕਰਦੇ ਨਾਲ ਜਿਹੜੀਆਂ ਜਾਂਦੀਆਂ, ਟ੍ਰੇਨਡ ਹੀ ਹੁੰਦੀ ਆ ਨਾ, ਇੱਕ ਟ੍ਰੇਨਿੰਗ ਵੀ ਤਾਂ ਹੁੰਦੀ ਆ ਨਾਲ ਵੀ, ਚਲੋ ਆਪਾਂ ਜਾ ਕੇ ਇਹਨਾਂ ਨੂੰ ਨਾਲ ਲੈ ਜਾਂਦੇ ਆ। ਉਸੇ ਤਰੀਕੇ ਨਾਲ ਦੂਜੀ ਗੱਲ ਵੀ ਹੈ, ਜੇ ਆਪਾਂ ਇਲੈਕਟ੍ਰੋਨਲ ਪੋਲਿਟਿਕਸ ਦੇਖਦੇ ਆ ਕਿ 94 ਸਾਲ ਦਾ ਬੰਦਾ ਵੀ ਲੜਦਾ ਹੈ, 80 ਸਾਲ ਦਾ ਵੀ ਨਹੀਂ ਛੱਡਦਾ, ਬਾਕੀ ਵੀ ਨਹੀਂ ਛੱਡਦਾ। ਕੋਈ ਜਨਤਕ ਜਥੇਬੰਦੀ ਦਿਖਾਓ ਕਿਸਾਨ ਯੂਨੀਅਨਾਂ ਤੋਂ ਲੈ ਕੇ ਬਾਕੀ ਟ੍ਰੇਡ ਯੂਨੀਅਨ ਜਿਹੜਾ ਆਪਣੇ ਆਪ ਛੱਡ ਗਿਆ ਹੋਵੇ। ਜਦੋਂ ਦੀਆਂ ਜਥੇਬੰਦੀਆਂ ਬਣੀਆਂ ਨਹੀਂ ਉਹੀ ਪ੍ਰਧਾਨ ਨੇ, ਆਪਣੀ ਕਲਾਸ ਕਦੇ ਨਹੀਂ ਬਦਲਦਾ। ਮੈਨੂੰ ਲੱਗਦਾ ਹੈ ਕਿ ਸਮਾਜਿਕ, ਇਹ ਸਮਾਜਿਕ ਇੱਕ ਸਾਡਾ ਮਤਲਬ ਸੋਚਣ ਦਾ ਨਜ਼ਰੀਆ